ਰਾਮ ਰਾਮ ਬੋਲਦਾ ਬੰਦਾ ਤੁਰਿਆ ਜਾਂਦਾ ਐਂਡ ਸਰਟਨ ਹੀ ਫਾਈਂਡ ਸਮਵਨ ਹੂ ਇਜ਼ ਡੂਇੰਗ ਸਮਥਿੰਗ ਰੋਂਗ ਵਿਦ ਹਿਜ਼ ਔਰ ਹਰ ਕਾਰ, ਉਹਨੂੰ ਜਾ ਕੇ ਗਾਲ ਕੱਢ ਦਿੰਦਾ, ਉਹਦਾ ਰਾਮ ਰਾਮ ਉੱਥੇ ਹੀ ਰਹਿ ਜਾਂਦਾ। ਵਾਹਿਗੁਰੂ ਵਾਹਿਗੁਰੂ ਬੋਲਦਾ ਹੋਇਆ ਮੈਂ ਤੁਰਿਆ ਜਾ ਰਿਹਾ, ਬਟ ਆਈ ਫਾਈਂਡ ਸਮਵਨ ਹੂਮ ਆਈ ਡੋਂਟ ਲਾਈਕ ਮਚ, ਜਿਹਨੂੰ ਮੈਂ ਲਾਈਕ ਨਹੀਂ ਕਰਦਾ, ਉਹ ਲਾਗੇ ਆ ਜਾਂਦਾ ਤੇ ਮੇਰੇ ਮਨ ਵਿੱਚ ਬੁਰੇ ਖਿਆਲ ਆ ਜਾਂਦੇ ਨੇ। ਹੁਣ ਮੂੰਹੋਂ ਤੇ ਵਾਹਿਗੁਰੂ ਬੋਲ ਰਿਹਾ ਸੀ। ਸੋ ਦਿਸ ਇਜ਼ ਨਾਟ ਦ ਕੇਸ। ਸਿਮਰਨ ਇਹ ਨਹੀਂ ਹੈ। ਸਿਮਰਨ ਇਜ਼ ਨਾਟ ਦ ਮੈਕੈਨੀਕਲ ਰਿਪੀਟੇਸ਼ਨ ਥਰੂ ਯੋਰ ਟੰਗ। ਸਿਰਫ ਉੱਥੇ ਤੱਕ ਸੀਮਿਤ ਰਹਿ ਗਏ ਅਸੀਂ, ਉੱਥੋਂ ਤੱਕ ਹੀ ਨਹੀਂ ਸੀ। ਜਸਟ ਨਾਟ ਦ, ਉਹ ਸਟਾਰਟਿੰਗ ਹੋ ਸਕਦੀ ਹੈ, ਜਿਵੇਂ ਛੋਟੇ ਬੱਚੇ ਨੂੰ ਕਰਾਈ ਜਾਂਦੀ ਨਾ ਸਟਾਰਟਿੰਗ, ਜਦੋਂ ਉਹ ਪਹਿਲਾਂ ਮੈਥਮੈਟੀਕਲ ਟੇਬਲਸ ਨੂੰ ਐਜ਼ ਇਟ ਇਜ਼, ਕਿਉਂਕਿ ਪੇਰੈਂਟਸ ਕਹਿ ਰਹੇ ਸੀ, ਟੀਚਰਸ ਕਹਿ ਰਹੇ ਸੀ ਕਿ ਉਹਨੂੰ ਕ੍ਰੈਮ ਕਰਨਾ ਆ, ਰਟਣਾ ਆ, ਉੱਚੀ ਉੱਚੀ ਬੋਲ ਕੇ, ਵੈਰੀ ਗੁੱਡ, ਉਹਨੇ ਸਟਾਰਟ ਕਰ ਲਿਆ। ਫਿਰ ਜਦੋਂ ਥੋੜਾ ਥੋੜਾ ਵੱਡਾ ਹੁੰਦਾ ਹੈ, ਗਰੋ ਕਰਦਾ ਆ, ਉਹਨੂੰ ਉਹਦਾ ਥੋੜਾ ਥੋੜਾ ਮੀਨਿੰਗ ਪਤਾ ਲੱਗਦਾ ਕਿ ਇਹ ਮਲਟੀਪਲੀਕੇਸ਼ਨ ਹੁੰਦੀ ਕੀ ਹੈ। ਫਿਰ ਹੌਲੀ ਹੌਲੀ ਹੋਰ ਵੱਡਾ ਹੁੰਦਾ ਆ। ਨਾਓ ਵੈਨ ਯੂ ਗੋ ਟੂ ਦ ਮਾਰਕੀਟ, ਵੈਨ ਯੂ ਆਰ ਗਰੋਨ ਅਪਸ, ਯੂ ਨੀਡ ਨਾਟ ਤੁਸੀਂ ਉੱਥੇ ਜਾ ਕੇ ਦੁਕਾਨ ਦੇ ਵਿੱਚ, ਮਾਰਕੀਟ ਪਲੇਸ ਦੇ ਵਿੱਚ ਜਾ ਕੇ, ਯੂ ਆਰ ਨਾਟ ਗੋਇੰਗ ਟੂ ਰਿਸਾਈਟ ਹੋਲ ਆਫ ਦ ਮੈਥਮੈਟੀਕਲ ਟੇਬਲ ਓਵਰ ਦੇਅਰ। ਤੁਹਾਨੂੰ ਉਹਦੀ ਐਪਲੀਕੇਸ਼ਨ ਪਤਾ ਲੱਗ ਚੁੱਕੀ ਹੈ, ਇਟਸ ਇਨ ਯੋਰ ਮਾਈਂਡ। ਹੁਣ ਤੁਸੀਂ ਉਹਨੂੰ ਅਪਲਾਈ ਕਰਦੇ ਹੋ। A person who goes to the market, although he is very learned in mathematics, ਬੜਾ ਤਗੜਾ ਮੈਥਮੈਟੀਸ਼ੀਅਨ ਹੈ, ਉਹਨੂੰ ਬਹੁਤ ਸਾਰੇ ਮੈਥਮੈਟੀਕਲ ਟੇਬਲਸ ਆਉਂਦੇ ਆ, ਬੜੀ ਵੱਡੀ ਵੱਡੀ ਮਲਟੀਪਲੀਕੇਸ਼ਨ ਕਰ ਲੈਂਦਾ ਆ, ਬਟ ਔਨ ਅ ਸਟਾਲ, ਉਹ ਕਿਸੇ ਮਾਰਕੀਟ ਸ਼ਾਪ ਦੇ ਵਿੱਚ ਖੜਾ ਹੋ ਕੇ, ਜੇ ਉਹਨੂੰ ਇਹ ਨਹੀਂ ਪਤਾ ਕਿ ਇੱਕ ਪੈਨ 10 ਰੁਪਏ ਦਾ ਤੇ 10 ਪੈਨ ਕਿੰਨੇ ਦੇ ਹੋਣਗੇ, then he fails. You need to apply that knowledge over there. ਸਿਮਰਨ, ਬਾਣੀ, ਗਿਆਨ, ਧਰਮ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ। It may start from ਆਊਟਰ, ਬੋਲਣ ਤੋਂ ਸਟਾਰਟ ਹੋ ਸਕਦੀ ਹੈ, ਸਪੋਕਨ ਵਰਡਸ ਤੋਂ, ਬਟ ਇਟ ਸ਼ੁੱਡ ਬੀ ਇੰਟਰਨਲਾਈਜ਼ਡ ਐਂਡ ਦੈਨ ਅਪਲਾਈਡ। ਇਫ ਇਟਸ ਨਾਟ ਅਪਲਾਈਡ, ਫਿਰ ਉਹ ਸਿਰਫ ਈਗੋ ਹੀ ਵਧਾਉਂਦੀ ਹੈ, ਅਹੰਕਾਰ ਹੀ ਵਧਾਉਂਦੀ ਹੈ। ਗੁਰਬਾਣੀ ਨੇ ਇਸ ਚੀਜ਼ ਦਾ ਫੈਸਲਾ ਦਿੱਤਾ ਹੈ, ਲਿਖ ਲਿਖ ਪੜਿਆ ਤੇਤਾ ਕੜਿਆ। ਬੰਦਾ ਲਿਖ ਰਿਹਾ ਆ, ਪੜ੍ਹ ਰਿਹਾ ਹੈ, ਧਾਰਮਿਕ ਗ੍ਰੰਥ ਵੀ ਤੇ ਦੂਜੇ ਵੀ, ਪਰ ਜਦੋਂ ਉਹਨਾਂ ਨੂੰ ਅਪਲਾਈ ਨਹੀਂ ਕਰਦਾ ਤੇ ਉਹਦੇ ਅੰਦਰ ਸਿਰਫ ਈਗੋ ਹੀ ਇਕੱਠੀ ਹੁੰਦੀ ਹੈ, ਉਹ ਕੜਦਾ ਜਾਂਦਾ ਆ, ਆਕੜ ਆਉਂਦੀ ਜਾਂਦੀ ਅੰਦਰ, ਹੋਰ ਸੋਲਿਡ ਤੇ ਰਿਜਿਡ ਹੁੰਦਾ ਜਾਂਦਾ। ਮੈਂ ਪੜ੍ਹ ਲਿਆ, ਮੈਨੂੰ ਗਿਆਨ ਹੋ ਗਿਆ, ਮੈਂ ਸਿਮਰਨ ਕਰ ਲਿਆ। ਪਰ ਸਤਿਗੁਰੂ ਜੀ ਇੱਥੇ ਦੱਸ ਰਹੇ ਨੇ ਸਿਮਰਨ ਦਾ ਮੋਟਿਵ, ਰਾਮ ਸਿਮਰ, ਚੇਤੇ ਕਰ ਰਾਮ ਨੂੰ, ਕਿ ਉਹ ਰੋਮ ਰੋਮ ਵਿੱਚ ਰਮਿਆ ਹੋਇਆ ਆ। ਤੇਰੇ ਡਰ ਮੁੱਕ ਜਾਣਗੇ, ਤੇਰੀਆਂ ਚਿੰਤਾਵਾਂ ਮੁੱਕ ਜਾਣਗੀਆਂ, ਤੇਰਾ ਗਰੀਡ, ਐਂਗਰ, ਹੇਟਰਡ ਮੁੱਕ ਜਾਏਗੀ। ਪਰ ਇਸ ਸ਼ਬਦ ਦੇ ਵਿੱਚ ਜਿਹੜਾ ਟੌਪਿਕ ਉਹਨਾਂ ਨੇ ਲਿਆ ਕਿ ਕਿਹੜੀ ਬਿਮਾਰੀ ਅਸੀਂ ਖਤਮ ਕਰਨੀ ਹੈ ਰਾਮ ਨੂੰ ਸਿਮਰ ਕੇ, ਅਸੀਂ ਉਸ ਚੀਜ਼ ਨੂੰ ਵੀ ਦੇਖੀਏ। ਇੱਕ ਬੜਾ ਅਲਟੀਮੇਟ ਟਰੂਥ ਹੈ ਸਾਡੀ ਲਾਈਫ ਦਾ, ਜਿਸ ਨੂੰ ਅਸੀਂ ਜਾਣ ਜਾਵਾਂਗੇ, ਅਸੀਂ ਰਾਮ ਨੂੰ ਸਿਮਰਾਂਗੇ। ਸਤਿਗੁਰੂ ਜੀ ਸੇਜ਼, ਰਾਮ ਸਿਮਰ, ਇਹ ਤੇਰਾ ਕਾਜ ਹੈ। ਦਿਸ ਇਜ਼ ਯੋਰ ਟਾਸਕ, ਦਿਸ ਇਜ਼ ਵਟ ਯੂ ਨੀਡ ਟੂ ਡੂ ਇਨ ਯੋਰ ਲਾਈਫ। ਚੇਤੇ ਰੱਖ, ਚੇਤੇ ਰੱਖ, ਫਿਰ ਤੈਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਮੈਂ ਲਾਈਫ 'ਚ ਕਰਨਾ ਕੀ ਹੈ। ਮੈਨੀ ਟਾਈਮਸ ਵੀ ਵੰਡਰ ਕਿ ਧਰਮ ਤਾਂ ਆ ਗਿਆ ਸਾਨੂੰ, ਅਸੀਂ ਗੁਰਦੁਆਰੇ ਵੀ ਜਾ ਰਹੇ ਹਾਂ, ਵੀ ਆਰ ਲਿਸਨਿੰਗ ਟੂ ਬਾਣੀ, ਵੀ ਆਰ ਰੀਡਿੰਗ ਟੂ ਬਾਣੀ, ਪਰ ਭਾਈ ਸਾਹਿਬ ਅਸਲੀ ਨਹੀਂ ਪਤਾ ਲੱਗ ਰਿਹਾ ਕਿ ਕਰਨਾ ਕੀ ਹੈ, ਕਿ ਐਪਲੀਕੇਸ਼ਨ ਕਿਸ ਚੀਜ਼ ਦੀ ਹੈਗੀ ਹੈ। ਸੀ ਧਰਮ ਇਹ ਨਹੀਂ ਹੈ, ਸਿੱਖੀ ਇਹ ਨਹੀਂ ਹੈ ਕਿ ਮੈਂ ਰੋਜ਼ ਗੁਰਦੁਆਰੇ ਜਾ ਰਿਹਾ, ਸਿਰਫ ਇਹ ਨਹੀਂ ਹੈ। ਜਾਣਾ ਹੈ ਉੱਥੇ ਕੁਝ ਕਰਨ ਜਾਣਾ ਹੈ, ਉਹਦਾ ਪਰਪਸ ਸਾਨੂੰ ਪਤਾ ਹੋਵੇ। ਤਾਂ ਸਿਰਫ ਗੁਰਦੁਆਰੇ ਜਾਣਾ ਸਿੱਖੀ ਨਹੀਂ ਹੈਗੀ। ਇਟਸ ਨਾਟ ਜਸਟ ਬਾਈ ਗੋਇੰਗ ਡੇਲੀ ਟੂ ਦ ਗੁਰਦੁਆਰਾ ਆਈ ਐਮ ਅ ਬਿਗਰ ਸਿੱਖ, ਨਹੀਂ। ਉੱਥੇ ਜਾ ਕੇ ਬਾਣੀ ਪੜ੍ਹਨਾ, ਬਾਣੀ ਸੁਣਨਾ, ਸਿਰਫ ਇਹ ਸਿੱਖੀ ਨਹੀਂ ਹੈਗੀ। ਸਿੱਖੀ ਹੈਗੀ ਦੈਟ ਲਾਈਫ ਸਟਾਈਲ। ਸਿੱਖੀ ਹੈਗੀ ਇੰਟਰਨਲਾਈਜ਼ਿੰਗ ਦੈਟ ਗੁਰੂਜ਼ ਮੈਸੇਜ ਵਿਚ ਯੂ ਹੈਵ ਹਰਡ ਇਨ ਦਾ ਗੁਰਦੁਆਰਾ। ਜਿਹੜਾ ਗੁਰਦੁਆਰੇ ਜਾ ਕੇ ਸਿੱਖ ਕੇ ਆਏ ਹੋ ਨਾ, ਸਿੱਖੀ ਮੀਨਸ ਸਿੱਖਣਾ, ਕੁਝ ਲਰਨ ਕਰਨਾ। ਲਰਨਿੰਗ ਇਜ਼ ਚੇਂਜ ਇਨ ਬਿਹੇਵੀਅਰ। ਜੇ ਬਿਹੇਵੀਅਰ ਚੇਂਜ ਨਹੀਂ ਹੋਇਆ ਬਾਹਰ ਆ ਕੇ, ਗੁਰਦੁਆਰੇ ਤੋਂ ਬਾਹਰ ਆ ਕੇ, ਗੁਰਦੁਆਰੇ ਦੇ ਅੰਦਰ ਤਾਂ ਸਾਰੇ ਹੀ ਕੰਟਰੋਲਡ ਨੇ, ਗੁਰਦੁਆਰੇ ਤੋਂ ਬਾਹਰ ਆ ਕੇ ਜੇ ਸਾਡੇ ਬਿਹੇਵੀਅਰ ਵਿੱਚ ਚੇਂਜ ਨਹੀਂ ਆਇਆ, ਫਿਰ ਅਸੀਂ ਕੁਝ ਸਿੱਖਿਆ ਨਹੀਂ। ਵੀ ਹੈਵ ਨਾਟ ਲਰਨਡ ਐਨੀਥਿੰਗ। ਜੇ ਸਿੱਖਿਆ ਨਹੀਂ ਤਾਂ ਫਿਰ ਸਿੱਖੀ ਕਾਹਦੀ ਹੋਈ? ਸਿੱਖੀ ਕਮਸ ਫਰੋਮ ਸਿੱਖਿਆ। ਕੀ ਸਿੱਖਿਆ ਹੈ ਅਸੀਂ ਹੁਣ? ਸਿੱਖਿਆ ਗੁਰੂ ਦੀ ਲੈ ਕੇ, ਸਿੱਖਿਆ ਗੁਰੂ ਦੀ ਲੈ ਕੇ ਸਾਡੇ 'ਚ ਕੀ ਬਦਲਾਵ, ਕੀ ਟਰਾਂਸਫੋਰਮੇਸ਼ਨ ਹੋ ਰਹੀ ਹੈ, ਦੈਟ ਮੈਟਰਸ। ਹੁਣ ਗੁਰੂ ਜੀ ਦੱਸ ਰਹੇ ਨੇ ਇਹ ਤੇਰਾ ਕੰਮ ਹੈ, ਹੁਣ ਕੰਮ ਕਰਨਾ ਪੈਣਾ ਹੈ ਨਾ। ਗੁਰੂ ਨੇ ਇੱਕ ਟਾਸਕ ਦੇ ਦਿੱਤਾ। ਜਿੱਦਾਂ ਅਸੀਂ ਇਤਿਹਾਸ ਸੁਣਦੇ ਹਾਂ, ਹਿਸਟਰੀ ਸੁਣਦੇ ਹਾਂ ਕਿ ਗੁਰੂ ਨੇ ਟਾਸਕ ਦਿੱਤਾ ਫਲਾਣੇ ਸਿੱਖ ਨੂੰ, ਜੇ ਉਹਨੇ 7 ਵਚਨ ਮੰਨ ਲਿਆ ਤਾਂ ਅਸੀਂ ਕਹਿੰਦੇ ਉਹ ਬੜਾ ਚੰਗਾ ਸਿੱਖ ਸੀ, ਉਹ ਗੁਰੂ ਦੇ ਕਹੇ ਨੂੰ ਮੰਨ ਲਿਆ। ਰਿਮੈਂਬਰ ਦਿਸ, ਗੁਰੂ ਥਰੂ ਆਊਟ ਉਹ ਜਿਹੜਾ 239 ਈਅਰਸ ਦਾ ਟਾਈਮ ਸੀ ਫਰੋਮ ਗੁਰੂ ਨਾਨਕ ਟੂ ਗੁਰੂ ਗੋਬਿੰਦ ਸਿੰਘ, ਗੁਰੂ ਜਿਹੜਾ ਟਾਸਕ ਦੇ ਰਿਹਾ ਸੀ ਉਹ ਇਹੀ ਸੀ। ਉਹ ਸਾਨੂੰ ਵੀ ਉਹੀ ਟਾਸਕ ਦੇ ਰਹੇ ਨੇ ਕਿ ਰਾਮ ਸਿਮਰ, ਇਹ ਤੇਰਾ ਕਾਜ ਹੈ।
ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਸ਼ਬਦ ਅਸੀਂ ਪੜ੍ਹਦੇ ਨਾ, ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਜੋ ਤੂੰ ਧਰਮ ਦੇ ਨਾਂ ਤੇ ਹੋਰ ਕਾਰਜ ਕਰ ਰਿਹਾ ਉਹ ਕਿਸੇ ਕੰਮ ਨਹੀਂ ਆਉਣੇ। ਤੀਰਥਾਂ ਤੇ ਜਾ ਰਿਹਾ, ਵਰਤ ਰੱਖ ਰਿਹਾ, ਅਸੀਂ ਪਿੱਛੇ ਵੀ ਸ਼ਬਦ ਸੁਣਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ, ਡੂਇੰਗ ਆਲ ਕਾਈਂਡ ਆਫ ਰਿਲੀਜੀਅਸ ਰਾਈਟਸ, ਟਰਾਈਂਗ ਟੂ ਕਿ ਇਹਦੇ ਨਾਲ ਮੈਂ ਵੱਡਾ ਹੋ ਜਾਵਾਂਗਾ, ਪਿਓਰ ਹੋ ਜਾਵਾਂਗਾ, ਸੁਪੀਰੀਅਰ ਹੋ ਜਾਵਾਂਗਾ, ਇਹਦੇ ਨਾਲ ਮੈਂ ਰੱਬ ਨੂੰ ਖੁਸ਼ ਕਰ ਲਵਾਂਗਾ, ਇਹਦੇ ਨਾਲ ਮੈਂ ਗੁਰੂ ਨੂੰ ਮਨਾ ਲਵਾਂਗਾ। ਇਹ ਨਹੀਂ, ਗੁਰੂ ਜੀ ਸੇਜ਼ ਅਵਰ ਕਾਜ, ਇਹ ਸਾਰੇ ਅਵਰ ਕਾਜ ਨੇ, ਇਹ ਕੰਮ ਨਹੀਂ ਆਉਣ ਵਾਲੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ। ਸਾਧ ਸੰਗਤ ਇੱਕ ਤਾਂ ਫਿਜ਼ੀਕਲ ਸਾਧ ਸੰਗਤ ਹੈ, ਵੈਨ ਵੀ ਸਿਟ ਇਨ ਦ ਪ੍ਰੈਜ਼ੈਂਸ ਆਫ ਗੁਰੂ ਗ੍ਰੰਥ ਸਾਹਿਬ, ਔਰ ਦ ਰਾਈਚਸ ਪੀਪਲ, ਜਿਹੜੇ ਚੰਗੇ ਲੋਕ ਨੇ, ਗੁੱਡ ਪੀਪਲ, ਉਹਨਾਂ ਦੀ ਸੰਗਤ, ਉਹਨੂੰ ਵੀ ਸਾਧ ਸੰਗਤ ਕਿਹਾ ਜਾਂਦਾ, ਬਿਕੋਜ਼ ਵੀ ਲਰਨ ਸਮਥਿੰਗ ਫਰਮ ਦੇਅਰ। ਤੇ ਦੂਜੀ ਸਾਧ ਸੰਗਤ ਹੈਗੀ ਜਿਹੜਾ ਤੇਰੇ ਅੰਦਰ ਸਾਧ ਹੈਗਾ ਆ, ਦੈਟ ਡਿਵਾਈਨ ਸੈਲਫ, ਜਿਹੜਾ ਤੇਰੇ ਅੰਦਰ ਵਾਹਿਗੁਰੂ ਬੈਠਾ ਆ, ਜਿਹੜਾ ਅੰਦਰ ਗੁਰੂ ਬੈਠਾ ਆ। ਯੂ ਵੈਂਟ ਟੂ ਦ ਗੁਰਦੁਆਰਾ, ਯੂ ਲਰਨਡ ਅ ਸ਼ਬਦ, ਯੂ ਗੈਟ ਦ ਟੀਚਿੰਗਸ ਆਫ ਦ ਗੁਰੂ। ਹੁਣ ਉਹ ਗੁਰੂ ਅੰਦਰ ਆ ਗਿਆ ਨਾ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਗੁਰੂ ਸਾਧ ਅੰਦਰ ਬੈਠਾ ਹੈ, ਵਨ ਹੂ ਕੈਨ ਗਾਈਡ ਯੂ। ਉਹਦੀ ਸੰਗਤ ਕਰਨੀ, ਉਹਦੀ ਕੰਪਨੀ ਕਰਨੀ, ਉਹਨੂੰ ਫੋਲੋ ਕਰਨਾ ਪੈਂਦਾ ਨਾ। ਸੀ ਇਫ ਆਈ ਐਮ ਗੋਇੰਗ ਟੂ, ਜੇ ਫਿਜ਼ੀਕਲ ਵਰਲਡ ਦੀ ਗੱਲ ਕਰੀਏ ਕਿ ਓਕੇ ਮੈਂ ਬੜੀ ਚੰਗੀ ਸੰਗਤ ਵਿੱਚ ਬੈਠਦਾ, ਆਈ ਹੈਵ ਅ ਗੁੱਡ ਕੰਪਨੀ ਵਿਦ ਮੀ, ਬਟ ਦੈਟ ਡਜ਼ਨਟ ਮੈਟਰ। ਕੰਪਨੀ ਵਿੱਚ ਜਾ ਕੇ ਬੈਠਾ ਤੇ ਸੀ, ਪਰ ਉਹਨਾਂ ਤੋਂ ਕੁਝ ਲਿਆ ਤੇ ਹੈ ਹੀ ਨਹੀਂ, ਚੇਂਜ ਤਾਂ ਕੀਤਾ ਹੀ ਨਹੀਂ। ਸੋ ਉਸੇ ਤਰ੍ਹਾਂ ਹੀ ਸਾਡੇ ਅੰਦਰ ਗੁਰੂ ਦਾ ਗਿਆਨ ਹੈਗਾ ਆ। ਵੀ ਆਰ ਰੀਡਿੰਗ, ਵੀ ਆਰ ਲਿਸਨਿੰਗ ਟੂ ਬਾਣੀ 24/7, ਸੁਣ ਰਹੇ ਆ ਬਾਣੀ, ਸਾਡੇ ਅੰਦਰ ਆ ਰਹੀ ਹੈ, ਸਾਡੇ ਅੰਦਰ ਬੈਠੀ ਹੋਈ ਹੈ। ਪਰ ਹੁਣ ਉਸ ਗੁਰੂ ਦਾ ਸੰਗ ਵੀ ਕਰ ਰਹੇ ਕਿ ਨਹੀਂ? ਸੰਗ ਮੀਨਸ ਟੂ ਫੋਲੋ, ਟੂ ਇੰਟਰਨਲਾਈਜ਼, ਤੇ ਫਿਰ ਉਹਨੂੰ ਅਪਲਾਈ ਕਰਨਾ ਕਿ ਮੈਂ ਉਸ ਗੁਰੂ ਨੂੰ ਫੋਲੋ ਕਰਾਂ, ਸੰਗਤ ਕਰ ਲੈਣੀ ਉਹਦੀ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਭਜਨ ਕਰ ਕੇਵਲ ਨਾਮ। ਨਾਮ ਕੀ? ਪ੍ਰਮਾਤਮਾ ਦਾ ਨਾਮ। ਹੁਣ ਪ੍ਰਮਾਤਮਾ ਦਾ ਨਾਮ ਇਜ਼ ਨਾਟ ਅ ਵਰਡ। ਮੈਂ ਬੜੀ ਵਾਰ ਇਸ ਗੱਲ ਦੀ ਵਿਚਾਰ ਕੀਤੀ ਹੈ ਸੰਗਤ ਦੇ ਨਾਲ। ਇਟਸ ਨਾਟ ਅ ਮੀਅਰ ਵਰਡ ਕਿ ਇੱਕ ਵਰਡ ਰਾਮ, ਅੱਲਾ, ਖੁਦਾ, ਵਾਹਿਗੁਰੂ, ਇਹੀ ਨਾਮ ਨੇ। ਥੀਸ ਆਰ ਨੇਮਸ ਕੋਇਨਡ ਬਾਈ ਅਸ। ਇਹ ਤਾਂ ਅਸੀਂ ਰੱਖੇ ਨੇ। ਕਿਉਂ ਰੱਖੇ ਨੇ ਉਹ ਜਾਣਨਾ ਜ਼ਰੂਰੀ ਹੈ। ਜਿੱਦਾਂ ਹੁਣ ਇੱਥੇ ਰਾਮ ਹੈ, ਗੁਰੂ ਜੀ ਕਹਿ ਰਹੇ ਰਾਮ ਸਿਮਰ, ਭਜ ਕੇਵਲ ਨਾਮ, ਰਾਮ ਸਿਮਰ। ਤੋ ਰਾਮ ਇਜ਼ ਅ ਨੇਮ ਕੋਇਨਡ ਬਾਈ ਦ ਪੀਪਲ ਲਾਈਕ ਅਸ, ਪਰ ਉਹਦੇ ਪਿੱਛੇ ਇੱਕ ਗੁਣ ਹੈ, ਇੱਕ ਵਰਚੂ ਹੈ। These names, they are, linked with a virtue, divine virtue. ਉਹ ਕੀ ਉਸ ਰੱਬ ਦੀ ਵਰਚੂ ਕੀ ਹੈਗੀ ਹੈ? ਕਿ ਉਹ ਰੋਮ ਰੋਮ ਚ ਰਮਿਆ ਹੋਇਆ। whenever I ਸਿਮਰ ਰਾਮ, ਜਦੋਂ ਮੈਂ ਰਾਮ ਸਿਮਰਨ ਕਰਾਂਗਾ, ਮੈਂ ਰਾਮ 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 ਜਪਾਂਗਾ, that means I'm trying to absorb this feeling, I'm trying to develop this feeling that I shall see him all around me, within, without, ਅੰਦਰ ਬਾਹਰ, ਹਰ ਜਗ੍ਹਾ ਮੈਂ ਉਹਨੂੰ ਦੇਖਾਂ। ਰਾਮ ਜਪਣ ਦਾ ਮਤਲਬ ਤੇ ਇਹ ਹੈ, ਜਦੋਂ ਮੈਂ ਰਾਮ ਨੂੰ ਜਪਾਂ, ਰਾਮ ਸਿਮਰ ਇਹ ਤੇਰੇ ਕਾਜ ਹੈ, ਹੋਰ ਕੋਈ ਕੰਮ ਨਹੀਂ ਹੈ। ਹੁਣ ਮੈਂ ਇਹ ਸੋਚਾਂ ਕਿ ਅਵਰ ਕਾਜ ਵਿੱਚ ਪੈ ਜਾਵਾਂ ਕਿ ਮੈਂ 4 ਵਜੇ ਉੱਠ ਕੇ ਇੰਨੇ ਪਾਠ ਕਰਦਾ ਆ, ਇੰਨੇ ਵਜੇ ਗੁਰਦੁਆਰੇ ਜਾਣਾ, ਐਂਡ ਆਈ ਡੂ ਆਲ ਰਿਲੀਜੀਅਸ ਰਿਚੁਅਲਸ, ਮੈਂ ਹਰ ਤਰ੍ਹਾਂ ਦੇ ਧਾਰਮਿਕ ਜਿਹੜੇ ਕਰਮ ਨੇ ਉਹ ਕਰਦਾ, ਮੈਂ ਲੰਗਰ ਵੀ ਤਿਆਰ ਕਰਵਾਉਣਾ, ਮੈਂ ਜੋੜਿਆਂ ਦੀ ਵੀ ਸੇਵਾ ਕਰਦਾ ਆ, ਤੇ ਮੈਂ ਸਿੱਖ ਹੋ ਗਿਆ। ਐਂਡ ਦੈਨ ਸਾਡੇ ਚੋਂ ਆ ਜਾਂਦੀ ਹੈ ਈਗੋ, ਆ ਜਾਂਦੀ ਹੈ। ਜਿਹੜਾ ਨਹੀਂ ਕਰ ਰਿਹਾ, ਅਸੀਂ ਵੀ ਡੂ ਨਾਟ ਉਹਨੂੰ ਆਪਣੇ ਬਰਾਬਰ ਨਹੀਂ ਸਮਝਦੇ ਕਿ ਨਹੀਂ। ਮੈਂ ਕੇਸ਼ ਰੱਖੇ ਨੇ, ਜਿਹਨੇ ਕੇਸ਼ ਨਹੀਂ ਰੱਖੇ, ਵਨ ਹੂ ਇਜ਼ ਕਲੀਨ ਸ਼ੇਵਨ, ਇਹ ਸਿੱਖ ਥੋੜੀ ਹੈਗਾ ਆ। ਜੇ ਇਹ ਫੀਲਿੰਗ ਆ ਰਹੀ ਹੈ, ਦੈਟ ਮੀਨਸ ਮੈਂ ਰਾਮ ਨਹੀਂ ਸਿਮਰਿਆ, ਮੈਂ ਫਿਰ ਰਾਮ ਨਹੀਂ ਸਿਮਰਿਆ। ਮੇਰੇ ਉਹ ਅਵਰ ਕਾਜ ਹੋ ਗਏ ਸਾਰੇ। ਮੇਰਾ ਸਵੇਰੇ ਉੱਠਣਾ, ਮੇਰਾ ਗੁਰਦੁਆਰੇ ਜਾਣਾ, ਮੇਰਾ ਬਾਣੀ ਪੜ੍ਹਨਾ, ਉਹ ਅਵਰ ਕਾਜ ਕਿਤੇ ਨਾ ਕੰਮ। ਜੇ ਮੈਨੂੰ ਐਂਡ 'ਚ ਇਹ ਨਾਮ ਦਾ ਹੀ ਨਹੀਂ ਪਤਾ ਲੱਗਿਆ ਕਿ ਰਾਮ ਸਿਮਰ। ਸੀ I can wake up at 3, 4, 5 a.m. and read lots and lots of Bani and do all, Nitnem duties, sab kuch Gurdware seva, sab kuch kara. But what matters is, throughout the day, when I meet people, be it, from other religions, be it the atheist, ਭਾਵੇਂ ਉਹ ਨਾਸਤਿਕ ਹੋਣ, ਭਾਵੇਂ ਕਿਸੇ ਹੋਰ ਧਰਮ ਦੇ ਮੰਨਣ ਵਾਲੇ ਹੋਣ, whether they believe in God or not, whether they believe in what I believe, ਜੋ ਮੈਂ ਮੰਨਦਾ ਉਹ ਮੰਨਦੇ ਕਿ ਨਹੀਂ, ਇਹ ਸਭ ਚੀਜ਼ਾਂ ਤੋਂ ਇਰਰੈਸਪੈਕਟਿਵ ਹੋ ਕੇ ਮੇਰਾ ਉਹਨਾਂ ਦੇ ਪ੍ਰਤੀ ਬਿਹੇਵੀਅਰ ਕੀ ਹੈ, that shows whether I really have done the ਸਿਮਰਨ or ਰਾਮ or not. ਮੈਂ ਰਾਮ ਤੇ ਸਿਮਰਨ ਕੀਤਾ ਹੈ ਕਿ ਨਹੀਂ ਕੀਤਾ, ਉਹ ਇਸ ਚੀਜ਼ ਤੇ ਡਿਪੈਂਡ ਕਰਦਾ ਆ ਕਿ ਜਿਹੜੇ ਮੇਰੇ ਆਲੇ ਦੁਆਲੇ ਦੇ ਲੋਕ ਨੇ ਪੂਰੇ ਦਿਨ ਦੇ ਵਿੱਚ, ਉਹਨਾਂ ਦੇ ਨਾਲ ਮੈਂ ਕਿਵੇਂ ਬਿਹੇਵ ਕਰਦਾ ਆ। ਜੇ ਤਾਂ ਮੈਨੂੰ ਉਹ ਸਭ ਆਪਣੇ ਵਰਗੇ ਜਾਪਦੇ ਨੇ,
ਜੇ ਮੈਂ ਇਸ ਚੀਜ਼ ਨੂੰ ਬੈਰੀਅਰ ਨਹੀਂ ਬਣਾਉਂਦਾ ਕਿ ਮੈਂ ਇਹ ਕਰਦਾ ਹਾਂ, ਇਹ ਮੇਰੀ ਬਿਲੀਫਸ ਨੇ, ਇਹਨਾਂ ਦੀ ਇਹ ਨਹੀਂ ਹੈਗੀਆਂ ਤੇ ਇਹ ਥੋੜੇ ਜੇ ਮੇਰੇ ਤੋਂ ਹੁਣ ਅਲੱਗ ਹੋ ਗਏ ਨੇ, ਉਹ ਜਿਹੜਾ ਇਹ ਨਹੀਂ ਕਰਦਾ, ਕਿਉਂਕਿ ਗੁਰਬਾਣੀ ਤੇ ਹੀ ਸਿਖਾ ਰਹੀ ਹੈ ਨਾ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਹੁਣ ਉੱਥੇ ਇਹ ਤਾਂ ਨਹੀਂ ਰਹੂਗਾ ਨਾ ਕਿ ਜੀ ਅਸੀਂ, ਸਾਡਾ ਗੁਰਦੁਆਰਾ ਹੋਰ ਹੈ, ਇਹਨਾਂ ਦਾ ਗੁਰਦੁਆਰਾ ਹੋਰ ਹੈ, ਸਾਡੀ ਜਾਤ ਸਾਡੀ ਕਾਸਟ ਕੁਝ ਹੋਰ ਹੈ, ਇਹਨਾਂ ਦੀ ਕਾਸਟ ਕੁਝ ਹੋਰ ਹੈ। ਉਹ ਉਸ ਚੀਜ਼ ਤੋਂ, ਉਸ ਈਗੋ ਨੂੰ ਸ਼ੈਟਰ ਕਰਨਾ ਸੀ ਰਾਮ ਸਿਮਰ ਕੇ, ਜਿਹੜੀ ਸਾਨੂੰ ਡਿਸਕ੍ਰਿਮੀਨੇਸ਼ਨ ਵਿੱਚ ਲੈ ਕੇ ਜਾ ਰਹੀ ਸੀ। ਅਸੀਂ ਸਿੱਖ ਹਾਂ, ਅਸੀਂ ਚੰਗੇ, ਇਹ ਮੁਸਲਮਾਨ ਨੇ, these are bad people, they don't believe this, they don't believe this, they don't do this, ਇਸ ਕਰਕੇ ਇਹ ਬੁਰੇ ਨੇ। ਤੇ ਫਿਰ ਸਾਡੇ 'ਚ ਤੇ ਉਹਨਾਂ ਲੋਕਾਂ 'ਚ ਫਰਕ ਕੀ ਰਹਿ ਗਿਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਇਹ ਧਰਮ ਦਾ ਪਾਲਨ ਨਹੀਂ ਕਰਦੇ, ਇਹ ਰਾਮ ਦਾ ਸਿਮਰਨ ਨਹੀਂ ਕਰਦੇ। ਗੁਰੂ ਤੇਗ ਬਹਾਦਰ ਜੋ ਸਾਨੂੰ ਦੱਸ ਰਹੇ ਨੇ, ਇਸ ਚੀਜ਼ ਨੂੰ ਚੇਤੇ ਰੱਖੋ। ਆਓ, ਹੋਰ ਕੋਈ ਕਾਜ ਨਹੀਂ ਹੈ ਸਾਡਾ, ਸਾਡਾ ਟਾਸਕ ਗੁਰੂ ਨੇ ਕੀ ਦਿੱਤਾ ਹੈ ਸਾਨੂੰ, ਗੁਰੂ ਨੇ ਇਹ ਕੰਮ ਦਿੱਤਾ ਆ ਕਿ ਇਸ ਚੀਜ਼ ਨੂੰ ਆਪਣੇ ਅੰਦਰ ਪੂਰੀ ਤਰ੍ਹਾਂ ਇੰਬਾਈਬ, ਪੂਰੀ ਤਰ੍ਹਾਂ ਐਬਜ਼ੌਰਬ ਕਰ ਲੈ, ਆਪਣੀ ਐਗਜ਼ਿਸਟੈਂਸ ਦਾ ਹਿੱਸਾ ਬਣਾ ਲਈਏ ਇਹਨੂੰ। ਸਾਡੀ ਐਗਜ਼ਿਸਟੈਂਸ, ਸਾਡੀ ਜਿਹੜੀ ਹਸਤੀ ਹੈਗੀ ਆ ਨਾ, ਸਾਡੀ ਜਿਹੜੀ ਹੋਂਦ ਹੈ ਨਾ, ਉਹ ਇਸ ਚੀਜ਼ ਤੇ ਬੇਸ ਹੋ ਜਾਵੇ, ਮਿਲ ਜਾਵੇ। ਰਾਮ ਇੱਕ ਓੰਕਾਰ, ਰਿਮੈਂਬਰ, ਇੱਕ ਓੰਕਾਰ, ਰਾਮ ਇੱਕੋ ਹੀ ਮਤਲਬ ਹੈ, ਰੋਮ ਰੋਮ ਚ ਰਮਿਆ ਹੋਇਆ ਇੱਕ ਓੰਕਾਰ ਉਹੀ ਹੈ, ਹੋਰ ਹੈ ਹੀ ਕੋਈ ਨਹੀਂ, ਹੋਰ ਹੈ ਹੀ ਕੋਈ ਨਹੀਂ। ਸਾਧ ਸੰਗਤ, ਵੀ ਫਾਈਟ ਓਵਰ ਵਰਡਸ, ਅਸੀਂ ਸ਼ਬਦਾਂ ਦੇ ਉੱਤੇ ਲੜਾਈ ਕਰ ਰਹੇ, ਛੋਟੇ ਛੋਟੇ ਵਰਡਸ ਲੈ ਕੇ, ਇਹ ਇੰਜ ਨਹੀਂ, ਇੰਜ ਨਹੀਂ, ਇੰਜ ਨਹੀਂ, ਇੰਜ। ਕੋਈ ਗੈਰ ਸਿੱਖ, a person who belongs to some other religion, some other faith, ਕੋਈ ਮੁਸਲਿਮ ਹੈ, ਕੋਈ ਹਿੰਦੂ ਹੈ, ਜੇ ਅਸੀਂ ਉਹਨੂੰ ਸਪੌਟ ਕਰ ਲਈਏ ਕਿਸੇ ਗੁਰਦੁਆਰੇ ਵਿੱਚ ਔਨ ਸੋਸ਼ਲ ਮੀਡੀਆ, chanting ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, or doing some kind of ਪਾਠ, ਉਹਨੇ ਸੁਖਮਨੀ ਸਾਹਿਬ ਦਾ ਗੁਟਕਾ ਫੜ ਲਿਆ, we will be puffed in pride, ਦੇਖੋ ਸਿੱਖ ਧਰਮ ਕਿੰਨਾ ਚੰਗਾ ਹੈ, ਦੇਖੋ ਸਾਰੇ ਲੋਕ ਇਸ ਚੀਜ਼ 'ਚ ਆਉਂਦੇ ਨੇ, ਇਹ ਬਹੁਤ ਅੱਛਾ ਇਨਸਾਨ ਹੈ, ਇਹ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ, ਗੁਰਦੁਆਰੇ ਵੀ ਜਾ ਰਿਹਾ, ਮੁਸਲਮਾਨ ਹੋ ਕੇ ਵੀ ਪਾਠ ਕਰ ਰਿਹਾ, ਮੁਸਲਮਾਨ ਹੋ ਕੇ ਵੀ ਸੇਵਾ ਕਰ, ਮੁਸਲਮਾਨ ਹੋ ਕੇ ਵੀ, what does that mean, what does that mean? ਇਹ ਆਪਣੇ ਆਪ 'ਚ ਇਹ ਜਿਹੜਾ ਫਰੇਜ਼ ਹੈਗਾ ਆ, being a Muslim, he is doing this, still ਹੈਗਾ ਮੁਸਲਿਮ ਪਰ ਇਹ ਕਰ ਰਿਹਾ, ਕਿਉਂ ਭਾਈ? all rights reserved ਕਿ ਅਸੀਂ ਕਰ ਸਕਦੇ ਹਾਂ। ਅਸੀਂ ਫਿਰ ਉਸੇ ਹੀ ਬਾਕਸ ਵਿੱਚ ਡਿੱਗ ਰਹੇ, ਉਸੇ ਖੂਹ ਦੇ ਵਿੱਚ ਡਿੱਗ ਰਹੇ ਜਿੱਥੋਂ ਗੁਰੂ ਕੱਢ ਰਿਹਾ। ਜਦੋਂ ਗੁਰੂ ਇੱਕ ਓੰਕਾਰ ਬੋਲ ਰਿਹਾ, ਜਦੋਂ ਗੁਰੂ ਰਾਮ ਬੋਲ ਰਿਹਾ ਹੈ ਨਾ, ਉਹ ਸਾਨੂੰ ਉਸ ਛੋਟੇ ਜਿਹੇ ਦਾਇਰੇ ਚੋਂ, ਜਿੱਥੇ ਅਸੀਂ ਖੁਦ ਨੂੰ ਬੰਨ ਲਿਆ, ਜਿਹੜੇ ਖੂਹ 'ਚ ਅਸੀਂ ਖੁਦ ਨੂੰ ਸੁੱਟੀ ਬੈਠੇ, ਉਹਦੇ ਚੋਂ ਕੱਢ ਰਿਹਾ ਸੀ, ਪਰ ਅਸੀਂ ਫਿਰ ਉੱਥੇ ਆ ਗਏ ਸੀ। ਜੇ ਤਾਂ ਉਹ ਰਾਮ ਰਾਮ, ਜੇ ਤਾਂ ਵਾਹਿਗੁਰੂ ਵਾਹਿਗੁਰੂ ਬੋਲ ਰਿਹਾ ਆ, ਹੱਥ ਵਿੱਚ ਗੁਟਕਾ ਸੁਖਮਨੀ ਸਾਹਿਬ ਦਾ, ਤਾਂ ਆਈ ਵਿਲ ਸ਼ੇਅਰ ਇਟ ਥਰੂ ਆਊਟ ਮਾਈ ਫੇਸਬੁੱਕ, ਮਾਈ WhatsApp, ਸੀ ਦੇਖੋ ਮੁਸਲਮਾਨ ਹੋ ਕੇ ਕਰ ਰਿਹਾ। ਐਂਡ ਬਾਈ ਆਲ ਮੈਂ ਪੂਰੀ ਰਿਸਪੈਕਟ ਦੇ ਨਾਲ ਇਹ ਗੱਲ ਕਹਿਣਾ ਚਾਹੁੰਦਾ ਕਿ ਜੇ ਕਿਤੇ ਕੋਈ ਸਿੱਖ ਸਰੂਪ ਵਿੱਚ ਮੇਰੇ ਵਰਗਾ ਬੰਦਾ, ਕਿਤੇ ਉਹਦੀ ਵੀਡੀਓ ਆ ਜਾਵੇ ਕਿ ਉਹ ਚੈਂਟ ਕੀ ਕਰ ਰਿਹਾ, ਰਾਮ 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 ਰਾਮ, ਫਿਰ ਕੀ ਹੋਏਗਾ? ਜੇ ਕਿਤੇ ਹੱਥ ਵਿੱਚ ਗੁਟਕੇ ਦੀ ਜਗ੍ਹਾ ਮੈਂ ਕੁਰਾਨ ਜਾਂ ਬਾਈਬਲ ਫੜ ਕੇ ਮੇਰੀ ਫੋਟੋ ਆ ਜਾਵੇ, ਦੈਨ ਵਾਟ ਵਿਲ ਹੈਪਨ? ਫਿਰ ਨਹੀਂ, ਫਿਰ ਅਸੀਂ ਸ਼ੇਅਰ ਨਹੀਂ ਕਰ ਪਾਵਾਂਗੇ। ਇਹ ਕੀ ਕਰ ਰਿਹਾ? ਤੂੰ ਸਿੱਖ ਹੋ ਕੇ ਰਾਮ ਰਾਮ ਦਾ ਜਾਪ ਕਰ ਰਿਹਾ, ਯੂ ਸ਼ੁੱਡ ਚੈਂਟ ਵਾਹਿਗੁਰੂ ਵਾਹਿਗੁਰੂ। ਵਾਈ? ਬਿਕੋਜ਼ ਵੀ ਹੈਵਨਟ ਰੈਡ ਆਵਰ ਗੁਰੂ, ਵੀ ਹੈਵਨਟ ਅੰਡਰਸਟੂਡ ਆਵਰ ਗੁਰੂ। ਅਸੀਂ ਗੁਰੂ ਨੂੰ ਅੰਡਰਸਟੈਂਡ ਨਹੀਂ ਕਰ ਰਹੇ। ਜਿੱਥੇ ਗੁਰੂ ਕਹਿ ਰਿਹਾ ਸੀ ਬਲਹਾਰੇ ਜਾਓ ਜੇਤੇ ਤੇਰੇ ਨਾਮ ਹੈ, ਇਹ ਜਿੰਨੇ ਵੀ ਤੇਰੇ ਨਾਮ ਨੇ ਮੈਂ ਬਲਹਾਰੇ ਜਾਣਾ, ਬਿਕੋਜ਼ these names, these words are, ਇਹ ਤਾਂ ਸਾਡੇ ਵੱਲੋਂ ਕੋਇਨ ਕੀਤੇ ਹੋਏ ਨੇ, ਪਰ ਕੋਇਨ ਤੇਰੀ ਗੁਣਾ ਕਰਕੇ ਕੀਤੇ ਹੋਏ ਨੇ, ਤੇ ਉਹ ਗੁਣ ਮੈਂ ਲੈਣੇ ਸੀ। ਜਿਹੜਾ ਮੈਂ ਨਾਮ ਜਪਣਾ ਸੀ ਖੁਦਾ, ਖੁਦਾ ਮੀਨਸ ਖੁਦ ਤੋਂ, ਜਿਹੜਾ ਆਪਣੇ ਆਪ ਤੋਂ ਹੈ, ਕਿਸੇ ਹੋਰ ਦਾ ਬਣਾਇਆ ਹੋਇਆ ਨਹੀਂ। ਸੋ ਜੇ ਮੈਂ ਖੁਦਾ ਨੂੰ ਜਪਦਾ ਹਾਂ, ਜੇ ਇਫ ਆਈ ਰਿਮੈਂਬਰ ਖੁਦਾ, ਦੈਟ ਮੀਨਸ ਮੇਰੇ ਦਿਮਾਗ 'ਚ ਇਹ ਗੱਲ ਰਹੇਗੀ ਕਿ ਬਾਕੀ ਸਾਰੀ ਦੁਨੀਆ ਜਿਹੜੀ ਹੈ ਖੁਦ ਤੋਂ ਨਹੀਂ ਬਣੀ ਹੋਈ, ਬਟ ਉਹ ਖੁਦਾ ਜਿਹੜਾ ਹੈ ਨਾ, ਉਹਨੂੰ ਮੈਂ ਨਹੀਂ ਬਣਾਉਂਦਾ, ਉਹਨੂੰ ਕੋਈ ਪਰਸਨ ਨਹੀਂ ਬਣਾਉਂਦਾ, ਉਹ ਕ੍ਰੀਏਟਰ, ਉਹ ਆਪਣੇ ਆਪ ਤੋਂ ਹੈ, ਉਹ ਇਸ ਆਦ ਤੋਂ ਵੀ ਪਹਿਲਾਂ ਸੀ, ਉਹ ਹਮੇਸ਼ਾ ਤੋਂ ਸੀ, ਆਦ ਸੱਚ ਪਹਿਲਾਂ ਵੀ ਸੀ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਨਾ ਤਾਂ ਖਤਮ ਹੋਣਾ ਉਹਨੇ, ਨਾ ਉਸਨੂੰ ਕਿਸੇ ਨੇ ਬਣਾਇਆ ਹੈ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਇਸ ਕਰਕੇ ਖੁਦਾ ਆ। ਰਾਮ ਸਿਮਰ, ਰੋਮ ਰੋਮ ਚ ਰਮਿਆ ਹੋਇਆ ਹੈ। ਕਿਹੜੀ ਗੱਲ ਦੀ ਆਕੜ, ਕਿਸ ਗੱਲ ਦੀ ਉਹ ਫਾਲਸ ਪ੍ਰਾਈਡ ਲੈ ਕੇ ਬੈਠੇ ਅਸੀਂ ਕਿ ਨਹੀਂ ਸਾਡਾ ਵਧੀਆ ਹੈ, ਜੋ ਮੈਂ ਕਰ ਰਿਹਾ ਉਹ ਠੀਕ ਹੈ, ਵਟ ਐਵਰ ਆਈ ਬਿਲੀਵ ਇਜ਼ ਦੈਟਸ ਦ ਟੌਪ ਮੋਸਟ ਥਿੰਗ, ਬਾਕੀ ਸਭ ਨੀਵੇਂ ਬਾਈ, ਸਾਡੀ ਬੱਲੇ ਬੱਲੇ।
बाकी सब थले थले, यही आम वर्ड्स ने साडे। और इसे करके फ्रिक्शन बनता जाता है। जिथे गुरु नानक आउंदे ने सोसाइटी दे विच एंड ही सेज ना को हिंदू ना मुसलमान, कि मैं हिंदू नहीं मुसलमान नहीं, कोई हिंदू मुसलमान नहीं। उत्थे असीं एक नवां लै आए कि असीं हुण असीं सिख आ, असीं इन्हां नालों भी चंगे। वो ये नहीं सी कह रहे कि हिंदू धर्म माड़ा है या मुसलमान माड़े ने। डिड ही एवर सेड दिस? उन्होंने ये नहीं किया। ही नैवर से दिस। उन्होंने कभी भी ये गल नहीं कही कि हिंदू बुरे ने या मुसलमान बुरे ने। इनफैक्ट व्हेन ही वाज आस्क्ड, ਜਦੋਂ ਉਹਨਾਂ ਨੂੰ ਪੁੱਛਿਆ ਕਿ ਪੁੱਛਣ ਫੋਲ ਕਿਤਾਬ ਨੂੰ, ਲੁੱਕ ਇਨਟੂ ਯੋਰ ਬੁੱਕ, ਇਨਟੂ ਯੋਰ ਜਰਨਲ ਐਂਡ ਟੈਲ ਅਸ ਕਿ ਹਿੰਦੂ ਚੰਗੇ ਨੇ ਕਿ ਮੁਸਲਮਾਨ ਚੰਗੇ ਨੇ, ਵੈਦਰ ਦ ਹਿੰਦੂਜ਼ ਆਰ ਗੁੱਡ ਔਰ ਦ ਮੁਸਲਿਮਸ ਆਰ ਗੁੱਡ। ਤਾਂ ਉਹਨਾਂ ਨੇ ਕੀ ਜਵਾਬ, ਇਹ ਤਾਂ ਨਹੀਂ ਜਵਾਬ ਦਿੱਤਾ ਕਿ ਲਿਆਓ ਕਿ ਬ੍ਰਿੰਗ ਯੋਰ ਬੁੱਕਸ ਹੇਅਰ ਐਂਡ ਬ੍ਰਿੰਗ ਯੋਰ ਸਕਾਲਰਸ ਹੇਅਰ, ਵੀ ਵਿਲ ਡਿਬੇਟ, ਅਸੀਂ ਡਿਬੇਟ ਕਰ ਲੈਂਦੇ ਹਾਂ ਕਿਉਂਕਿ ਮੈਂ ਹਿੰਦੂ ਫੈਮਿਲੀ ਤੋਂ ਆਇਆ, ਇਸ ਕਰਕੇ ਤੁਸੀਂ ਮੈਨੂੰ ਕੁਐਸਚਨ ਪੁੱਛ ਰਹੇ ਹੋ ਬਿਕੋਜ਼ ਯੂ ਆਰ ਮੁਸਲਿਮ। ਇਹ ਨਹੀਂ ਕਿਹਾ ਕਿ ਵੀ ਕੈਨ ਡਿਬੇਟ। ਇਹ ਡਿਬੇਟ 'ਚ ਨਹੀਂ ਪਏ ਹੋ। ना ही उन्होंने कोई गल की कि हिंदू इस तरह चंगे ने मुसलमान इस तरह चंगे ने, इस तो पे नहीं। अज की हो रहा देखो फेसबुक के उत्ते, मैं चैलेंज करदा मेरे नाल आके गल करो। वी आर ट्राइंग टू विन ओवर पीपल, वी आर ट्राइंग टू विन ओवर द वर्ल्ड एंड दैट्स फ्यूटाइल, दैट्स अ वेस्ट ऑफ योर एनर्जी। की फायदा होना उहदे चों? किसी नाल आर्गूमेंट्स करके डिबेट्स करके उह चों जित के किहड़ा गोल्ड मैडल लैण लगे हो? इहदे नाल वड्डे नहीं होण लगे तुसीं, इहदे नाल कोई वड्डा नहीं हुंदा। ਇਹਦੇ ਨਾਲ ਨਾ ਹੀ ਗੁਰੂ ਦੀ ਵਡਿਆਈ ਹੁੰਦੀ ਹੈ। ਰਿਮੈਂਬਰ ਦਿਸ। ਸਾਡੇ ਗੁਰੂ ਨੇ ਇਹਨਾਂ ਬਹਿਸਾਂ 'ਚ ਨਹੀਂ ਪਏ। ਜਦੋਂ ਪੁੱਛਿਆ ਨਾ ਕਿ ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਜਵਾਬ ਕੀ ਦਿੱਤਾ? ਭਾਈ ਗੁਰਦਾਸ ਜੀ ਰਾਈਟਸ ਓਵਰ ਦੇਅਰ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜਦੋਂ ਚੰਗੇ ਅਮਲ ਨਹੀਂ, ਜਦੋਂ ਚੰਗੇ ਕਰਮ ਨਹੀਂ। ਅਮਲ ਕੀ ਹੁੰਦਾ ਹੈ? ਕਿਸੇ ਚੀਜ਼ ਨਾਲ ਜੋ ਅਸੀਂ ਕਰਮ ਕਰਦੇ ਹਾਂ, ਜੋ ਕੰਮ ਕਰਦੇ ਹਾਂ, ਜੋ ਬਿਹੇਵੀਅਰ ਹੈ ਸਾਡਾ, ਜੇ ਉਹੀ ਚੰਗਾ ਨਹੀਂ फिर दोनों रोणगे। बोथ विल क्राई if their deeds, if their acts, if their actions are wrong. Whether you are Hindu or a Muslim or a Sikh or Amritdhari or non-Amritdhari or Taksali or missionary or whatever, ਇਹ मैटर नहीं करेगा, बिल्कुल मैटर नहीं करेगा। जिदन मर जावांगे शरीर इत्थे दा इत्थे ही रह जाना है, कुछ मैटर नहीं करेगा। You will be turned into ashes, ਸਵਾਈ ਬਣ ਜਾਣਾ ਆ। ਮੈਂ ਤਾਂ ਕਈ ਵਾਰ ਸਾਸੰਗ ਤੇ ਸੋਚਦਾ ਆ, ਸਾਡੇ ਕਲਚਰ ਵਿੱਚ, ਨਾਰਥ ਇੰਡੀਅਨ ਕਲਚਰ ਵਿੱਚ ਕੀ ਹੁੰਦਾ, ਵੈਨ ਵੀ ਡਾਈ, ਸੋ ਉਹਦੇ ਬਾਅਦ ਕ੍ਰੀਮੇਸ਼ਨ ਹੁੰਦੀ ਹੈ, ਜਲਾਇਆ ਜਾਂਦਾ ਸਾਡੇ ਸਮਾਜ ਦੇ ਵਿੱਚ, ਕਮਿਊਨਿਟੀਜ਼ ਦੇ ਵਿੱਚ, ਕਿਤੇ ਦਫਨਾਇਆ ਵੀ ਜਾਂਦਾ। ਸੋ ਸਾੜਨ ਤੋਂ ਬਾਅਦ ਕੀ ਕਰਦੇ ਆ, ਉਹ ਜਿਹੜੀ ਐਸ਼ਜ਼ ਨੇ, ਜਿਹੜੀ ਰਾਖ ਹੈਗੀ ਆ, ਜਿਹੜੀ ਸਵਾਹ ਬਚ ਗਈ ਹੈ, ਉਹਨੂੰ ਕੁੱਜੇ ਵਿੱਚ ਬੰਦ ਕਰ ਲੈਂਦੇ ਆ ਨਾ, ਇਨ ਅ ਸਮੌਲ ਪੋਟ, ਉਹਦੇ ਵਿੱਚ ਪਾ ਲੈਂਦੇ ਆ ਐਸ਼ਜ਼। ਇੰਨੇ ਹੀ ਹੈ ਨਾ ਅਸੀਂ, ਵੀ ਵਿਲ ਬੀ ਰਿਡਿਊਸ ਟੂ ਦੈਟ ਪੋਟ। ਇੰਨੇ ਕੁ ਰਹਿ ਜਾਂਗੇ। ਕਿੱਥੇ ਜਾਏਗਾ ਉਹ ਸਾਰਾ ਗੁਮਾਨ ਜਾਤ ਦਾ? ਕਿੱਥੇ ਜਾਏਗਾ ਉਹ ਸਾਰਾ ਗੁਮਾਨ ਧਰਮ ਦਾ? ਕਿੱਥੇ ਜਾਏਗੀ ਉਹ ਸਾਰੀ ਨਫ਼ਰਤ, all that hatred, jealousy, envy, all that greed, all that ego, where will it go? ਬਸ ਉਸ ਕੁੱਜੇ 'ਚ ਬੰਦ ਹੋ ਜਾਏਗੀ and that's it। ਇਸ ਕਰਕੇ ਗੁਰੂ ਜੀ ਕਹਿ ਰਹੇ ਨੇ ਰਾਮ ਸਿਮਰ। ਕਈ ਵਾਰੀ ਸੱਜਣ ਕਹਿ ਦਿੰਦੇ ਨੇ ਜੀ ਐਡੀ ਲੰਬੀ ਵਿਆਖਿਆ ਇੱਕ ਲਾਈਨ ਦੀ ਕਰਨ ਦੀ ਲੋੜ ਨਹੀਂ, ਬੜੀ ਜ਼ਿਆਦਾ ਲੋੜ ਹੈ। ਇੱਕ ਇੱਕ ਲਾਈਨ ਗੁਰਬਾਣੀ ਦੀ ਸਾਧ ਸੰਗਤ, ਇਟਸ ਨਾਟ ਲਾਈਕ ਕਿ ਇਹਦਾ ਅਰਥ ਦੱਸ ਦੋ ਤੇ ਹੋ ਜਾਏਗਾ। ਅਰਥ ਨਹੀਂ, we have been stuck into literal meanings and that has caused the biggest damage to our understanding। ਜਦੋਂ ਤੱਕ ਅਸੀਂ ਅੱਖਰੀ ਅਰਥਾਂ 'ਚ ਉਲਝੇ ਰਵਾਂਗੇ, ਸਾਡਾ ਨੁਕਸਾਨ ਹੀ ਹੁੰਦਾ ਜਾਏਗਾ। ਤੇ ਸਾਡਾ ਨੁਕਸਾਨ ਹੋਇਆ ਵੀ ਇਸੇ ਕਰਕੇ ਹੀ ਹੈ। ਜਦੋਂ ਅਸੀਂ ਇਹ ਕਹਿੰਦੇ ਨਾ ਕਿ ਆਉਣ ਵਾਲੀ ਜਨਰੇਸ਼ਨ ਜਿਹੜੀਆਂ, ਦੇ ਆਰ ਨਾਟ ਇੰਟਰਸਟਿਡ ਇਨ ਧਰਮ। ਧਰਮ ਦਾ ਮਸਲਾ ਨਹੀਂ ਹੈ, ਇਟਸ ਨਾਟ ਅਬਾਊਟ ਦ ਧਰਮ, ਇਟਸ ਅਬਾਊਟ the people who are propagating it, the people who are trying to convince you through their own understanding, ਜਿਹੜੀ understanding ਸਿਰਫ literal meanings ਤੱਕ ਰਹਿ ਗਈ ਸੀ। ਕਿੰਨਾ deep meaning ਹੈ। ਰਾਮ ਸਿਮਰ ਇਹ ਤੇਰੇ ਕਾਜ ਹੈ। ਇਹ ਟਾਸਕ ਕਰ ਲੈ, ਬਸ ਮਸਲੇ ਹੱਲ ਹੋ ਜਾਣਗੇ, ਲੜਾਈਆਂ ਮੁੱਕ ਜਾਣਗੀਆਂ, ਨਫ਼ਰਤ ਮੁੱਕ ਜਾਏਗੀ। ਜੇ ਰਾਮ ਨੂੰ ਸਿਮਰੇਗਾ, ਤੇਰੇ ਅੰਦਰੋਂ ਜਿਹੜੀ ਉਹ attachments and a sense of ownership on each and everything which comes into your life ਮੁੱਕ ਜਾਏਗੀ। let it go ਕਰਨਾ ਬੜਾ ਮੁਸ਼ਕਲ ਹੈ ਨਾ ਸਾਡੇ ਲਈ, ਛੱਡਣਾ ਬੜਾ ਮੁਸ਼ਕਲ ਹੈ। ਛੱਡਦਾ ਕਿਉਂ ਨਹੀਂ ਛੱਡਿਆ ਜਾਂਦਾ ਸਾਡੇ ਕੋਲੋਂ? ਬੜੀ ਵਾਰੀ ਫੋਨ ਆਉਂਦੇ ਨੇ, ਅਸੀਂ ਇਸ ਦੁੱਖ ਵਿੱਚ ਸੀ, ਪਰੇਸ਼ਾਨੀ ਵਿੱਚ ਸੀ, ਇਹ ਲਾਸ ਹੋ ਗਿਆ ਜਾਂ ਰਿਲੇਸ਼ਨਸ਼ਿਪ 'ਚ ਕੋਈ ਪ੍ਰੋਬਲਮ ਆ ਗਈ, ਇੰਨਾ ਟਾਈਮ ਹੋ ਗਿਆ, ਵੀ ਕੈਨ ਨਾਟ ਓਵਰਕਮ ਇਟ, ਅਸੀਂ ਓਵਰਕਮ ਨਹੀਂ ਕਰ ਪਾ ਰਹੇ, ਲੈਟ ਇਟ ਗੋ ਨਹੀਂ ਕਰ ਪਾ ਰਹੇ। ਦੈਟਸ ਬਿਕੋਜ਼ ਆਫ ਯੋਰ ਈਗੋ। ਉਹ ਈਗੋ ਨਹੀਂ ਛੱਡ ਰਹੀ। ਇਹ ਹੋ ਹੀ ਨਹੀਂ ਸੀ ਸਕਦਾ ਮੇਰੇ ਨਾਲ। ਇਹ ਕਿਉਂ ਨਹੀਂ ਹੋ ਰਿਹਾ? ਕਿਉਂਕਿ ਰਾਮ ਨੂੰ ਨਹੀਂ ਜਾਣਿਆ ਕਿ ਰੋਮ 'ਚ ਰਮਿਆ ਹੋਇਆ ਆ, ਉਹਨੇ ਮੈਨੂੰ ਜੀਵਨ ਦਿੱਤਾ ਹੋਇਆ, ਸਾਰਿਆਂ 'ਚ ਉਹੀ ਆ, ਉਹਦਾ ਹੀ ਇਹ ਸਭ ਕੁਝ ਚੱਲ ਰਿਹਾ ਹੈ। ਜਦੋਂ ਇਹ ਜਾਣ ਲਿਆ ਜਾਵੇ,
ਇਹ ਈਗੋ ਤੋਂ ਮੁੱਕਿਆ ਜਾ ਸਕਦਾ। ਜਦੋਂ ਜਾਣ ਲਿਆ ਜਾਵੇ ਕਿ ਰੋਮ ਰੋਮ ਚ ਰਮਿਆ ਹੋਇਆ ਰਾਮ ਤੇ ਉਹਦੇ ਹੁਕਮ ਵਿੱਚ ਹੈ, ਕਰਤਾ ਪੁਰਖ ਹੈ, ਉਹ ਕ੍ਰੀਏਟਰ ਹੈ, ਉਹਦੇ ਹੁਕਮ ਵਿੱਚ ਸਰੀਰ ਬਣੇ ਨੇ, ਉਹਦੇ ਹੁਕਮ ਵਿੱਚ ਸਰੀਰ ਦੇ ਵਿੱਚ ਅਕਲ ਮਿਲੀ ਹੈ, ਮੈਨੂੰ ਮਾਈਂਡ ਮਿਲਿਆ, ਬ੍ਰੇਨ ਮਿਲਿਆ ਟੂ ਥਿੰਕ ਅਪਨ, ਤੇ ਮੇਰੇ ਕੋਈ ਚੋਇਸਿਸ ਕੁਝ ਮੇਰੇ ਕੰਟਰੋਲ 'ਚ ਉਸਨੇ ਦਿੱਤੇ ਹੋਏ ਨੇ ਕਿ ਉਹ ਮੈਂ ਕਰ ਸਕਦਾ ਹਾਂ। ਉਹਦੇ ਬਾਅਦ ਜਿਹੜੇ ਕੰਸੀਕੁਐਂਸਿਸ ਨੇ ਉਹ ਮੇਰੇ ਕੰਟਰੋਲ 'ਚ ਨਹੀਂ। ਬਟ ਉਹਦੇ ਬਾਹਰ ਇਹ ਜੋ ਮੈਨੂੰ ਸਰੀਰ ਜਿਹੜਾ ਮੈਨੂੰ ਮਾਈਂਡ ਦਿੱਤਾ ਆ ਟੂ ਥਿੰਕ ਐਂਡ ਐਕਟ, the body and the mind which has been blessed by the God or the creator to me or nature, whatever you say, ਜੋ ਨੇ ਮੈਨੂੰ ਬਲੈਸ ਕੀਤਾ ਆ, ਹੁਣ ਇਹਦੇ 'ਚ ਮੈਂ ਕਰ ਸਕਦਾ ਹਾਂ, I can think and act accordingly। ਪਰ ਇਸ ਤੋਂ ਬਾਹਰ ਜਿਹੜੇ ਦੂਜੇ ਤੁਰੇ ਫਿਰਦੇ ਨੇ, ਜਿਹੜੇ ਦੂਜੇ ਸਰੀਰ, ਦੂਜੀ ਬਾਡੀਜ਼ ਨੇ, I should not try to control each and everyone around me। ਸਾਡਾ ਜ਼ੋਰ ਸਿਰਫ ਉਸ ਤੇ ਰਹਿ ਗਿਆ, ਮੈਂ ਕੀ ਸੋਚਦਾ ਉਸ ਤੇ ਸਾਡਾ ਕੰਟਰੋਲ ਹੈ ਹੀ ਨਹੀਂ। ਅਸੀਂ ਚਾਹੁੰਦੇ ਕਿ ਦੂਜੇ ਕੀ ਸੋਚਦੇ ਨੇ ਉਸ ਚੀਜ਼ ਨੂੰ ਕੰਟਰੋਲ ਕਰ ਲਈਏ, ਐਂਡ ਦੈਟਸ ਵੇਅਰ ਵੀ ਫੇਲ ਬੈਡਲੀ। ਅਸੀਂ ਧਰਮ ਵਿੱਚ ਵੀ ਉੱਥੇ ਹੀ ਫੇਲ ਹੋ ਰਹੇ ਹਾਂ, ਬਿਕੋਜ਼ ਵਟ ਵੀ ਵਾਂਟ ਦੈਟ ਵਟ ਆਈ ਥਿੰਕ ਮੈਂ ਉਸ ਅਨੁਸਾਰ ਸਾਰਿਆਂ ਨੂੰ ਚੇਂਜ ਕਰ ਲਵਾਂ। ਰਿਲੇਸ਼ਨਸ਼ਿਪਸ ਵੀ ਇਹੀ ਹੁੰਦਾ ਆ, ਹਰ ਜਗ੍ਹਾ ਇਹੀ ਹੋ ਰਿਹਾ, ਸਾਡੇ ਦੁੱਖਾਂ ਦਾ ਕਾਰਨ ਹੀ ਇਹੀ ਬਣ ਰਿਹਾ। ਗੁਰੂ ਜੀ ਸੇਜ਼ ਰਾਮ ਸਿਮਰ, ਚੇਤੇ ਕਰ ਉਹਨੂੰ ਭਾਈ, ਉਹਨੂੰ ਚੇਤੇ ਰੱਖ, ਇਸ ਤੋਂ ਵੱਡਾ ਹੋਰ ਕੋਈ ਕੰਮ ਹੈ ਹੀ ਨਹੀਂ। ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ। ਮਾਇਆ, ਅਗੇਨ ਮਾਇਆ ਇਜ਼ ਨਾਟ ਮਨੀ, ਮਾਇਆ ਐਵਰੀਥਿੰਗ ਆਊਟਸਾਈਡ, ਜਿਹਦੇ ਨਾਲ ਅਸੀਂ ਇੰਨਾ ਕੁ ਜੁੜ ਗਏ, ਅਟੈਚ ਹੋ ਗਏ ਦੈਟ ਵੀ ਫੋਰਗੇਟ ਵਾਹਿਗੁਰੂ, ਵਾਹਿਗੁਰੂ ਪਰਮਾਤਮਾ ਨੂੰ ਭੁੱਲੇ। ਦੈਟ ਮੀਨਸ ਅਸੀਂ ਭੁੱਲ ਗਏ ਕਿ ਉਹਦਾ ਹੁਕਮ ਲਾਗੂ ਹੁੰਦਾ ਹੈ ਸਾਰਿਆਂ ਤੇ। ਅਸੀਂ ਭੁੱਲ ਗਏ ਕੀ ਸਹੀ ਹੈ ਕੀ ਗਲਤ ਹੈ। ਅਸੀਂ ਭੁੱਲ ਗਏ ਕਿ ਕੀ ਮੇਰੇ ਕੰਟਰੋਲ 'ਚ ਤੇ ਕੀ ਜਿਹੜੇ ਮੇਰੇ ਕੰਟਰੋਲ 'ਚ ਨਹੀਂ ਹੈ ਉਹਦੇ ਤੇ ਮੈਂ ਆਪਣੇ ਆਪ ਨੂੰ ਵੇਸਟ ਨਾ ਕਰਾਂ। ਇਹ ਭੁੱਲ ਗਏ। ਉਹਨੂੰ ਕਿਹਾ ਮਾਇਆ। ਜਿਸ ਚੀਜ਼ 'ਚ ਪੈ ਕੇ ਐਨੀਥਿੰਗ, ਇਟ ਕੈਨ ਬੀ ਅ ਥਿੰਗ, ਇਟ ਕੈਨ ਬੀ ਅ ਪਰਸਨ, ਇਟ ਕੈਨ ਬੀ ਦ ਸਰਕਮਸਟੈਂਸਸ ਆਊਟਸਾਈਡ, ਕਿ ਚੰਗੇ ਚੱਲ ਰਹੇ ਸੀ, ਬਹੁਤ ਸਾਰੀ ਪਾਵਰ ਮਿਲ ਗਈ, ਵੈਲਥ ਮਿਲ ਗਈ, ਪੀਪਲ ਨੇਮ ਫੇਮ ਸਭ ਕੁਝ ਮਿਲ ਗਿਆ, ਬਹੁਤ ਸਾਰੇ ਦੋਸਤ ਮਿੱਤਰ ਫਰੈਂਡਸ ਰਿਲੇਟਿਵਸ ਹੋ ਗਏ, ਐਸੋਸੀਏਟਸ ਹੋ ਗਏ ਨੇ, ਮੈਨੂੰ ਬਹੁਤ ਜੈ ਜੈਕਾਰ ਹੋ ਰਹੀ ਹੈ, ਮੇਰੇ ਤਾਂ ਫੋਲੋਵਰਸ ਹੀ ਬੜੇ ਆ, ਠੀਕ ਹੈ। ਤੇ ਉਹਦੇ ਨਾਲ ਕੀ ਹੋਇਆ, ਇਹ ਵੀ ਮਾਇਆ ਬਣ ਜਾਂਦੀ। ਭੁੱਲ ਗਿਆ ਕਿ ਕੀ ਕਰਨਾ ਕੀ ਨਹੀਂ ਕਰਨਾ, what should be done, ਭੁੱਲ ਹੀ ਗਿਆ, ਲੱਗਣ ਲੱਗ ਗਿਆ ਕਿ ਮੈਂ ਹੀ ਕ੍ਰੀਏਟਰ ਹਾਂ। ਰਾਮ ਸਿਮਰ, ਮਾਇਆ ਕੋ ਸੰਗ ਤਿਆਗ, ਇਹਨੂੰ ਡਿਸਕਾਰਡ ਕਰ ਦੇ, ਛੱਡ ਦੇ ਇਹ ਖਿਆਲ ਜਿਹੜੇ ਤੈਨੂੰ ਤੋੜਦੇ ਨੇ ਉਹਦੇ ਤੋਂ, ਜਿਹੜੇ ਤੈਨੂੰ ਭੁਲਾਉਂਦੇ ਨੇ ਰਾਮ ਨੂੰ। ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ, ਉਸ ਪ੍ਰਭੂ ਦੀ ਸ਼ਰਨ ਵਿੱਚ ਆ ਜਾ। that Lord who lives within you, the Lord who is omnipresent, ਉਹ ਜਿਹੜਾ ਰਾਮ ਹੈ ਹਰ ਜਗ੍ਹਾ, ਜਿਹਦੇ ਵਿੱਚ ਤੂੰ ਰਹਿ ਰਿਹਾ, ਜਿਹੜਾ ਤੇਰੇ ਵਿੱਚ ਰਹਿ ਰਿਹਾ ਆ। ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਇਹ ਜਿੰਨਾ ਵੀ ਬਾਹਰ ਹੈਗਾ ਨਾ, ਇਹਦੇ ਚੋਂ ਜਿਹੜਾ ਸੁੱਖ ਲੱਭ ਰਿਹਾ ਨਾ, ਜਾਂ ਕੰਫਰਟ, ਜਿਹੜਾ joy or pleasure you want from outer things, these are temporary। ਇਹ ਮਿਥਿਆ ਹੈ, means temporary। ਝੂਠੋ ਸਭ ਸਾਜ ਹੈ, everything around you, ਜੋ ਉਪਜਿਓ ਸੋ ਬਿਨਸ ਹੈ, ਇਹ ਟੈਂਪਰਰੀ ਹੈ। ਜਿਹੜੀ ਚੀਜ਼ ਵੀ ਤੂੰ ਫਿਜ਼ੀਕਲ ਦੇਖ ਰਿਹਾ ਹੈ, ਇਟਸ ਨਾਟ ਪਰਮਾਨੈਂਟ। ਇਹਦੇ ਨਾਲ ਜੁੜਿਆ ਹੋਇਆ ਕੰਫਰਟ ਵੀ ਪਰਮਾਨੈਂਟ ਨਹੀਂ ਹੈ। be it people, be it things, be it circumstances, they are bound to change, they are bound to change। don't blame anyone। ਤੇ ਹੋਰ ਕਿਸੇ ਨੂੰ ਤੇ ਅਸੀਂ ਬਲੇਮ ਕਰਦੇ ਅਸੀਂ ਰੱਬ ਨੂੰ ਵੀ ਬਲੇਮ ਕਰਨ ਲੱਗੇ, ਹੇ ਰਾਮ ਤੂੰ ਹੀ ਮੇਰੇ ਨਾਲ ਮਾੜਾ ਕੀਤਾ। ਮੈਂ ਫੇਰ ਕਹਾਂ, ਬਿਕੋਜ਼ ਅਸੀਂ ਉਹਨੂੰ ਕੁਝ ਹੋਰ ਸਮਝ ਲਿਆ। ਮੇਰੇ ਅੰਦਰ ਬਾਹਰ ਹਰ ਜਗ੍ਹਾ ਉਹ ਰਾਮ, ਉਹ ਪਰਮਾਤਮਾ ਹੈ। ਉਹਦੇ ਹੁਕਮ ਦੇ ਵਿੱਚ ਅਸੀਂ ਬਣੇ ਆ, ਵੀ ਹੈਵ ਬੀਨ ਕ੍ਰੀਏਟਡ ਅਕੋਰਡਿੰਗ ਟੂ ਇਟਸ, ਉਹਦੇ ਹੁਕਮ, ਉਹਦੇ ਆਰਡਰ, ਉਹਦੇ ਲਾਅ ਵਿੱਚ, ਉਹਦੀ ਵਿਸ਼ ਨਾਲ ਹੈ ਸਭ ਕੁਝ। ਹੁਣ ਜੋ ਮੈਨੂੰ ਬਣਾਇਆ ਆ, ਤੇ ਮੇਰੇ ਅੰਦਰ ਉਹਨੇ ਕੁਝ ਐਬਿਲਿਟੀਜ਼, ਕੁਝ ਪਾਵਰਸ, ਕੁਝ ਦਿੱਤੀਆਂ ਨੇ, ਕ੍ਰੀਏਟਿਵ ਪਾਵਰਸ ਵੀ ਹੈਗੀਆਂ ਨੇ। ਆਪਣਾ ਹਿੱਸਾ ਮੈਨੂੰ ਬਣਾਇਆ, ਮੇਰੇ ਅੰਦਰ ਰਹਿ ਰਿਹਾ। ਉਹ ਆਲਮੋਸਟ ਆਪਣੇ ਵਰਗੀਆਂ ਸਾਰੀ ਪਾਵਰਸ ਮੈਨੂੰ ਦਿੱਤੀਆਂ ਹੋਈਆਂ ਉਹਨੇ। ਕ੍ਰੀਏਸ਼ਨ ਦੀ ਪਾਵਰ ਵੀ ਦਿੱਤੀ, ਨਿਰਭਉ ਨਿਰਵੈਰ ਹੋਣ ਦੀ ਪਾਵਰ ਵੀ ਦਿੱਤੀ ਹੈ, ਪਰ ਮੈਂ ਉਹਦੇ ਵੱਲ ਦੇਖਦਾ ਹੀ ਨਹੀਂ। ਅਸੀਂ ਬਾਹਰ ਦੇਖਣ ਲੱਗ ਜਾਂਦੇ ਹਾਂ, ਹਰ ਚੀਜ਼ ਨੂੰ ਬਾਹਰਲੀਆਂ ਚੀਜ਼ਾਂ ਦੇ ਨਾਲ, ਸਾਜੋ ਸਮਾਨ, ਮਟੀਰੀਅਲ ਵਰਲਡ ਦੇ ਨਾਲ ਅਟੈਚ ਕਰਨ ਲੱਗ ਗਏ। ਸਤਿਗੁਰੂ ਸੇਜ਼ ਝੂਠੋ ਸਭੋ ਸਾਜ ਹੈ। ਇਹ ਆਲ ਮਟੀਰੀਅਲ ਵਰਲਡ ਤੇਰੇ ਅਰਾਊਂਡ ਜਿਹੜਾ ਹੈਗਾ ਹੈ, ਝੂਠਾ ਹੈ, ਟੈਂਪਰਰੀ ਹੈ, ਪਰਮਾਨੈਂਟ ਨਹੀਂ ਹੈ। ਇੱਕੋ ਚੀਜ਼ ਤੇਰੇ ਨਾਲ ਪਰਮਾਨੈਂਟ ਹੈ ਥਰੂ ਆਊਟ, ਫਰੋਮ ਦਾ ਬਿਗਨਿੰਗ। ਆਦ ਸੱਚ, ਜੁਗਾਦ ਸੱਚ ਹੈ, ਉਹ ਸੱਚ ਹੈ। ਸੱਚ ਮੀਨਸ ਪਰਮਾਨੈਂਟ, ਜਿਹੜਾ ਹੈਗਾ ਸੱਤ, ਸਦਾ ਰਹਿਣ ਵਾਲਾ, ਜਿਹਦੀ ਐਗਜ਼ਿਸਟੈਂਸ ਹੈਗੀ ਹੈ ਤੇ ਰਹਿਣੀ ਵੀ ਹੈ, ਹੋਰ ਕਿਸੇ ਚੀਜ਼ ਦੀ ਰਹਿਣੀ ਨਹੀਂ। ਇਸ ਕਰਕੇ ਰਾਮ ਸਿਮਰ, ਉਹਨੂੰ ਚੇਤੇ ਕਰ। ਇਹੋ ਤੇਰੇ ਇਹੀ ਕੰਮ ਹੈ, ਇਹੀ ਟਾਸਕ ਹੈ ਤੇਰਾ। ਗੁਰੂ ਇਹ ਸਿਖਾ ਰਿਹਾ ਆ, ਗੁਰੂ ਇਹ ਸਿਖਾ ਰਿਹਾ ਕਿ ਉਹਨੂੰ ਚੇਤੇ ਰੱਖ, ਰਿਮੈਂਬਰ।
Remember that life force within you. Remember that creator. Remember that whole of this creation. ਇਹ ਮੇਰੇ ਕੰਟਰੋਲ ਵਿੱਚ ਨਹੀਂ ਹੈ. It's not that I'm going to control the movement of moon or sun or the earth. ਕਰਨ ਨੂੰ ਤੇ ਅਸੀਂ ਇਹ ਵੀ ਚਾਹੁੰਦੇ ਵੈਸੇ. ਅਸੀਂ ਚਾਹੁੰਦੇ ਹਾਂ ਕਿ ਅੱਜ ਸੂਰਜ ਨਾ ਨਿਕਲੇ, I want to sleep late. ਇਹ ਨਹੀਂ ਹੈ. ਤੋ ਅਸੀਂ ਹਰ ਚੀਜ਼ ਨੂੰ ਕੰਟਰੋਲ ਕਰਨਾ ਚਾਹੁੰਦੇ ਹਾਂ. ਅਸੀਂ ਚਾਹੁੰਦੇ ਸਾਡਾ ਹੁਕਮ ਚੱਲੇ. ਵੀ ਵਾਂਟ ਕਿ ਸਾਡਾ ਹੁਕਮ ਮੰਨਿਆ ਜਾਵੇ. ਅਸੀਂ ਹੁਕਮ ਮੰਨਣਾ ਨਹੀਂ ਚਾਹੁੰਦੇ ਤੇ ਗੁਰੂ ਸਾਨੂੰ ਕਹਿ ਰਿਹਾ ਹੈ ਰਾਮ ਸਿਮਰ ਉਹਨੂੰ ਚੇਤੇ ਰੱਖ ਸੋ ਦੈਟ ਯੂ ਕੈਨ ਐਕਸੈਪਟ ਕਿ ਤੂੰ ਹੁਕਮ ਮੰਨਣਾ ਆ ਜਾਵੇ. ਸਾਧ ਸੰਗਤ ਪ੍ਰੋਬਲਮ ਇਹ ਹੈ ਕਿ ਅਸੀਂ ਹੁਕਮ ਮੰਨਣਾ ਨਹੀਂ ਚਾਹੁੰਦੇ, ਮਨਾਉਣਾ ਚਾਹੁੰਦੇ ਹਾਂ. ਵੈਦਰ ਓਲਡ ਔਰ ਯੰਗ ਔਰ ਅ ਕਿਡ, ਭਾਵੇਂ ਛੋਟਾ ਜਿਹਾ ਬੱਚਾ ਆ, ਭਾਵੇਂ ਬਹੁਤ ਬੁੱਢਾ ਆ, ਹਰ ਕੋਈ ਚਾਹੁੰਦਾ ਮੇਰਾ ਹੁਕਮ ਮੰਨਿਆ ਜਾਵੇ. ਇਜ਼ਨਟ ਇਟ? ਛੋਟਾ ਜਿਹਾ ਬੱਚਾ ਜਿਹੜਾ ਹੁੰਦਾ ਨਾ, ਉਹ ਵੀ ਕਹਿੰਦਾ ਬਸ ਮੇਰੀ ਮੰਨੋ. either he or she will cry or ਉਹ ਜਾਂ ਤਾਂ ਰੋਣ ਲੱਗ ਜਾਏਗਾ ਜਾਂ ਗੁੱਸਾ ਕਰੇਗਾ ਕਿ ਮੈਂ ਕਿਹਾ ਸੀ ਮੇਰੇ ਨੂੰ ਇਹ ਲਿਆ ਕੇ ਦਿਓ, ਚਾਕਲੇਟ ਲਿਆ ਕੇ ਦਿਓ. ਭਾਵੇਂ ਉਹਦਾ ਦਾਦਾ, ਉਹਦਾ ਗ੍ਰੈਂਡਫਾਦਰ ਏਜਡ 80-85 ਈਅਰਸ, ਪੂਰੇ ਮੁਹੱਲੇ ਵਿੱਚ ਉਹਦੀ ਟੌਰ ਹੋਵੇ, ਬੜੀ ਪ੍ਰਾਈਡ ਹੋਵੇ, ਹਰ ਕੋਈ ਉਹਦਾ ਹੁਕਮ ਮੰਨਦਾ ਹੋਵੇ, ਉਹਦੇ ਤੋਂ ਵੀ ਹੁਕਮ ਮਨਾ ਲੈਂਦਾ ਛੋਟਾ ਜਿਹਾ ਬੱਚਾ. ਹਰ ਕੋਈ ਚਾਹੁੰਦਾ ਮੇਰਾ ਹੁਕਮ ਮੰਨਿਆ ਜਾਵੇ. ਪਰ ਗੁਰੂ ਜੀ ਸਿਖਾ ਰਹੇ ਨੇ ਕਿ ਇਸ ਲਾਈਫ ਦੇ ਵਿੱਚ ਇਹ ਚੀਜ਼ ਨੂੰ ਐਕਸੈਪਟ ਕਰਨਾ ਕਿ ਰੋਮ ਰੋਮ 'ਚ ਰਮਿਆ ਹੋਇਆ ਰਾਮ, ਉਹ ਕਰਤਾ ਪੁਰਖ ਇੱਕ ਓੰਕਾਰ, ਉਸਨੇ ਮੈਨੂੰ ਬਣਾਇਆ ਹੈ, ਉਸਨੇ ਮੈਨੂੰ ਸੋਹਣਾ ਸਰੀਰ ਦਿੱਤਾ ਆ, ਮਾਈਂਡ ਦਿੱਤਾ ਆ, ਐਬਿਲਿਟੀਜ਼ ਦਿੱਤੀਆਂ ਨੇ ਟੂ ਥਿੰਕ ਐਂਡ ਐਕਟ. ਪਰ ਹਰ ਚੀਜ਼ ਮੇਰੇ ਕੰਟਰੋਲ ਵਿੱਚ ਨਹੀਂ ਹੈ. ਤੇ ਜਿਹੜੀਆਂ ਬਾਹਰਲਾ ਮਟੀਰੀਅਲ ਵਰਲਡ, ਇਸ ਸਰੀਰ ਤੋਂ ਬਾਹਰ ਮੈਂ ਦੇਖ ਰਿਹਾ ਹਾਂ, ਇਹ ਸਾਰਾ ਮੇਰੇ ਕੰਟਰੋਲ 'ਚ ਨਹੀਂ. ਮੈਂ ਇਹਨਾਂ 'ਚ ਜੇ ਸੁੱਖ ਐਸਟੈਬਲਿਸ਼ ਕਰਦਾ ਹਾਂ, ਥਾਪ ਲੈਣਾ ਕਿ ਇਹਨਾਂ ਨੇ ਮੈਨੂੰ ਸੁੱਖ ਦੇਣੇ ਆ, ਤਾਂ ਇਹ ਸਦਾ ਨਹੀਂ ਰਹਿਣੇ, ਇਹ ਚੇਂਜ ਹੋਣੇ ਆ. ਤੇ ਉਹ ਚੇਂਜ ਵੀ ਮੇਰੇ ਕਹੇ ਤੇ ਰੁਕ ਨਹੀਂ ਜਾਣਾ. I cannot stop the day to turn into night. I cannot stop the weather. I cannot stop the climate changing or seasons changing. I cannot stop people changing. Remember this. ਅਸੀਂ ਨਹੀਂ ਬਦਲ ਸਕਦੇ. ਅਸੀਂ ਆਪਣਾ 100% ਦੇ ਸਕਦੇ ਹਾਂ. ਮੈਂ ਪਹਿਲਾਂ ਵੀ ਬੜੀ ਵਾਰ ਇਹ ਐਗਜ਼ਾਮਪਲ ਦਿੱਤਾ ਆ. ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾਂ ਪਾਵੇ. ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ. ਸਾਡੇ ਕੋਲ ਜਿਹੜਾ ਚੋਇਸ ਹੈ, ਸਾਡੇ ਕੋਲ ਜਿਹੜੀ ਪਾਵਰ ਹੈਗੀ, ਉਹ ਇਹ ਹੈਗੀ ਕਿ ਅਸੀਂ ਬੀਜ ਪਾ ਸਕਦੇ ਹਾਂ ਜ਼ਮੀਨ ਦੇ ਵਿੱਚ, ਫਿਰ ਪਾਣੀ ਪਾ ਸਕਦੇ ਹਾਂ. ਉਹ ਸਪਰਾਊਟ ਕਰੇਗਾ ਕਿ ਨਹੀਂ ਕਰੇਗਾ, ਉਹਦੇ ਚੋਂ ਬੂਟਾ ਨਿਕਲੇਗਾ ਕਿ ਨਹੀਂ ਨਿਕਲਾ, ਇਟਸ ਨਾਟ ਇਨ ਆਵਰ ਕੰਟਰੋਲ. ਫਿਰ ਉਹ ਬੂਟੇ ਨੂੰ ਪਾਣੀ ਪਾ ਸਕਦੇ ਹਾਂ, ਫਰਟੀਲਾਈਜ਼ਰਸ ਪਾ ਸਕਦੇ ਹਾਂ, ਉਹਦੀ ਟੇਕ ਕੇਅਰ ਕਰ ਸਕਦੇ ਹਾਂ, ਉਹਨੂੰ ਫੁੱਲ ਲੱਗਣਗੇ, ਉਹਨੂੰ ਫਰੂਟਸ ਪੈਣਗੇ ਜਾਂ ਨਹੀਂ ਪੈਣਗੇ, ਇਟਸ ਨਾਟ ਇਨ ਆਵਰ ਕੰਟਰੋਲ. ਸਿਮਿਲਰ ਇਜ਼ ਵਿਦ ਰਿਲੇਸ਼ਨਸ, ਸਿਮਿਲਰ ਇਜ਼ ਵਿਦ ਆਵਰ ਡੇਲੀ ਲਾਈਫ. ਸਾਧ ਸੰਗਤ, don't get disappointed over people. Don't get disappointed about your family or your kids even. ਤੁਸੀਂ ਆਪਣੇ ਵੱਲੋਂ 100% ਦੇਣਾ ਹੈ. ਇਹੀ ਟਾਸਕ ਹੈ ਰਾਮ ਸਿਮਰ. ਕਿਉਂਕਿ ਰਾਮ ਨੇ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ, ਇਹ ਸਰੀਰ ਦਿੱਤਾ, ਉਹਦੀ ਜ਼ਿੰਮੇਵਾਰੀ ਦਿੱਤੀ ਹੋਈ ਨਾਲ ਅਸੀਂ ਪਰਿਵਾਰ ਬਣਾਇਆ. ਸੋਚ ਸਮਝ ਕੇ ਬਣਾਇਆ ਸੀ ਨਾ, ਸੋਚ ਕੇ ਬਣਾਇਆ ਸੀ, ਫੈਸਲਾ ਲੈ ਕੇ. ਜਿਹੜੀ ਅਕਲ ਸਾਨੂੰ ਮਿਲੀ ਸੀ ਉਹਦੇ ਨਾਲ ਅਸੀਂ ਅੱਗੇ ਪਰਿਵਾਰ ਨੂੰ ਵਧਾਇਆ. ਹੁਣ ਉਹਦੇ ਦਿੱਤੇ ਹੋਈ ਇਸ ਮਾਈਂਡ, ਇਸ ਬ੍ਰੇਨ, ਇਸ ਬੋਡੀ ਦੇ ਨਾਲ ਥਿੰਕ ਐਂਡ ਐਕਟ ਕਰਕੇ ਵੀ ਹੈਵ ਟੂ ਡੂ 100% ਇੱਕ ਚੰਗੀ ਪਰਵਰਿਸ਼ ਅਸੀਂ ਬੱਚਿਆਂ ਨੂੰ ਦੇਣੀ ਹੈ. ਉਹਦੇ ਬਾਅਦ ਫਿਕਰ ਕਰਨਾ ਕਿ ਕੀ ਆਏਗਾ, ਇਹ ਫਿਕਰ ਇਸ ਚਿੰਤਾ ਵਿੱਚ ਨਹੀਂ ਪੈਣਾ, ਇਸ ਈਗੋ 'ਚ ਵੀ ਨਹੀਂ ਪੈਣਾ ਕਿ ਮੈਂ ਪਾਲਿਆ ਆ ਜਾਂ ਮੈਂ ਕੁਝ ਕੀਤਾ ਆ, ਮੈਂ ਐਫਰਟਸ ਕੀਤੇ, ਮੈਂ ਫਲਾਣੀ ਰਿਲੇਸ਼ਨ ਵਿੱਚ ਹੈਲਪ ਕੀਤੀ ਹੈ. ਇਸ ਨੂੰ ਭੁੱਲ ਹੀ ਜਾਣਾ ਆ. ਇਹ ਚੀਜ਼ ਨਹੀਂ ਦੇਖਣੀ, ਕਿਉਂਕਿ ਰਾਮ ਰੋਮ ਰੋਮ 'ਚ ਰਮਿਆ ਹੋਇਆ, ਉਸ ਦੀ ਦਿੱਤੀ ਦਾਤ ਅਸੀਂ ਲੈ ਰਹੇ ਹਾਂ. ਬਾਕੀ ਸਭ ਝੂਠੋ ਸਭ ਸਾਜ਼ ਹੈ. ਬਾਕੀ ਜਿਹੜਾ ਬਾਹਰਲਾ ਇਹ ਜਿੰਨਾ ਪਸਾਰਾ ਹੈ, ਇਹ ਝੂਠ ਮਿੱਥਿਆ ਰਹਿਣ ਵਾਲਾ ਨਹੀਂ ਹੈਗਾ. ਸਤਿਗੁਰੂ ਜੀ ਹੁਣ ਇਸ ਨੂੰ ਹੋਰ ਐਕਸਪਲੇਨ ਕਰਦੇ ਹੋਏ ਫਰਮਾਨ ਕਰਦੇ, ਸੁਪਨੇ ਜਿਉ ਧਨ ਪਛਾਨ, ਕਾਹੇ ਪਰ ਕਰਤ ਮਾਨ. ਸੁਪਨਾ, ਡ੍ਰੀਮ, ਇਹਦੇ ਬਾਰੇ ਵੀ ਪਿੱਛੇ ਇੱਕ ਸ਼ਬਦ ਆਇਆ ਸੀ. ਸੋ ਲਾਈਕ ਅ ਡ੍ਰੀਮ, ਇਹ ਜਿਹੜਾ ਧਨ ਪਦਾਰਥ, ਧਨ ਇੱਥੇ ਲਿਖਿਆ ਧਨ ਹੈ, ਧਨ ਹੇਅਰ ਡਜ਼ਨਟ ਜਸਟ ਮੀਨ ਮਨੀ, ਐਵਰੀਥਿੰਗ ਅਰਾਊਂਡ ਦ ਮਟੀਰੀਅਲ ਕੰਫਰਟਸ ਅਰਾਊਂਡ ਯੂ. ਇਹ ਸਭ ਕੁਝ ਜਿਹੜਾ ਫਿਜ਼ੀਕਲ ਵਰਲਡ ਹੈ, ਬਾਹਰਲਾ ਟੈਂਪੋਰਲ ਵਰਲਡ ਜਿਹੜਾ ਹੈਗਾ ਆ, ਇਹ ਸੁਪਨੇ ਵਾਂਗ ਸਮਝ. ਕਾਹੇ ਪਰ ਕਰਤ ਮਾਨ. ਕਦੀ ਕਿਸੇ ਬੰਦੇ ਨੂੰ ਦੇਖਿਆ ਕਿ ਉਹ ਸੁਪਨੇ ਤੇ ਮਾਣ ਕਰ ਰਿਹਾ ਹੋਵੇ? ਅ ਪਰਸਨ ਬੋਸਟਿੰਗ ਅਬਾਊਟ ਹਿਜ਼ ਡ੍ਰੀਮਸ, ਦੂਜਾ ਹੱਸੇਗਾ, he'll be become a laughing stock ਕਿ ਲੈ ਸੁਪਨੇ 'ਚ ਕਹਿ ਰਿਹਾ ਮੈਂ ਰਾਜਾ ਬਣ ਗਿਆ, ਮੈਂ ਰਾਜਾ ਬਣ ਗਿਆ, ਤੇ ਉਸੇ ਚੀਜ਼ ਦਾ ਮਾਣ ਕਰੀ ਜਾਂਦਾ, ਉਸੇ ਈਗੋ 'ਚ ਤੁਰਿਆ ਫਿਰਦਾ. ਹੱਸਾਂਗੇ ਨਾ ਅਸੀਂ, ਇਹ ਤਾਂ ਬੜੀ ਫਨੀ ਗੱਲ ਹੋਏਗੀ. ਗੁਰੂ ਜੀ ਸੇਜ਼ ਕਿ ਇਹਨੂੰ ਸੁਪਨੇ ਵਾਂਗ ਜਾਣ, ਇਹ ਸਦਾ ਰਹਿਣ ਵਾਲਾ ਨਹੀਂ ਹੈ, ਐਫਿਮਰਲ ਹੈ, ਟੈਂਪਰੇਰੀ. ਤੇ ਟੈਂਪਰੇਰੀ ਚੀਜ਼ਾਂ ਦੇ ਉੱਤੇ ਈਗੋ ਤੇ ਪ੍ਰਾਈਡ ਲਈ ਫਿਰਦਾ ਆ.
ਉਹਨੂੰ ਸਿਰ ਤੇ ਚੁੱਕੀ ਫਿਰਦਾ ਕਿ ਮੇਰੇ ਕੋਲ ਬੜਾ ਪੈਸਾ, ਮੇਰੇ ਕੋਲ ਬੜੀ ਪਾਵਰ ਹੈ। ਕਿੰਨੀ ਕੀ ਦੇਰ? ਇਹਦਾ ਅਗਲੇ ਸੈਕਿੰਡ ਵਿੱਚ ਤੂੰ ਨਹੀਂ ਹੋਏਗਾ ਤੇ ਅਗਲੇ ਸੈਕਿੰਡ ਵਿੱਚ ਹੋ ਸਕਦਾ ਤੂੰ ਬੈਂਕਰਪਟ ਵੀ ਹੋਵੇਂ। ਹੈਗਾ ਕਿ ਨਹੀਂ? ਫਿਰ ਕਿਸ ਚੀਜ਼ ਦੀ ਪ੍ਰਾਈਡ ਹੈ? ਇੰਨੀ ਆਕੜ ਕਿਸ ਗੱਲ ਦੀ ਹੈ? ਮੈਂ ਅਗਲਾ ਸਾਹ ਆਉਣਾ ਹੈ ਕਿ ਨਹੀਂ ਆਉਣਾ? ਸਾਧ ਸੰਗਤ, these COVID times has taught us, biggest truth of life। ਜੇ ਅਸੀਂ ਮੰਨੀਏ ਤਾਂ ਜੋ ਬਾਣੀ ਸਾਨੂੰ ਬਾਰ-ਬਾਰ ਸਿਖਾ ਰਹੀ ਸੀ, ਲਰਨ ਇਟ ਫਰਮ ਦਿਸ ਕੋਵਿਡ ਪੀਰੀਅਡ। ਹੈਗੀ ਕੋਈ ਗਰੰਟੀ ਅਗਲੇ ਸਾਹ ਦੀ? Do you really think that we have that guarantee and we can guarantee ਕਿ ਇਹ ਅਸੀਂ ਬੜੇ ਚਿਰ ਜੀਣਾ ਹੈ, ਇਸ ਕਰਕੇ ਮੈਂ ਆਕੜ ਲਵਾਂ, ਮੈਂ ਪ੍ਰਾਈਡ ਲੈ ਲਵਾਂ, ਮੈਂ ਈਗੋ ਲੈ ਲਵਾਂ? there is nothing wrong in it। ਨਹੀਂ ਭਾਈ, ਅਗਲੇ ਪਲ ਦਾ ਪਤਾ ਨਹੀਂ ਹੈ ਇੱਥੇ। ਕਾਹੇ ਪਰ ਕਰਤ ਮਾਨ, ਬਾਰੂ ਕੀ ਭੀਤ, ਜੈਸੇ ਬਸੁਧਾ ਕੋ ਰਾਜ ਹੈ। ਬਸੁਧਾ मीन्स प्रॉपर्टीज और किंगडम। ਇਹ ਜੋ ਧਰਤੀ ਹੈ, ਪਲੈਨਟ ਹੈ, ਅਰਥ ਹੈ, ਇੱਥੇ ਜਿੰਨਾ ਮਰਜੀ ਰਾਜ ਪਾਵਰ ਇਕੱਠਾ ਕਰ ਲੈ, ਪੈਸਾ ਧਨ ਦੌਲਤ ਇਕੱਠਾ ਕਰ ਲੈ, ਅਚੀਵਮੈਂਟਸ ਲੈ ਲੈ, ਠੀਕ ਹੈ, ਲੈਣੀਆਂ ਚਾਹੀਦੀਆਂ, ਪਰ ਇਹਨਾਂ ਤੇ ਮਾਣ ਕਰਨਾ, ਇਹਨਾਂ ਤੇ ਐਕਸੈਸ ਪ੍ਰਾਈਡ, ਫਾਲਸ ਪ੍ਰਾਈਡ ਔਰ ਈਗੋ ਦੇ ਵਿੱਚ ਆ ਜਾਣਾ। ਗੁਰੂ ਜੀ ਇੱਥੇ ਇੱਕ ਹੋਰ ਐਗਜ਼ਾਮਪਲ ਦੇ ਰਹੇ ਆ, ਬਾਰੂ ਕੀ ਭੀਤ, ਲਾਈਕ ਅ ਵਾਲ ਆਫ ਸੈਂਡ। ਸੈਂਡ ਨਾਲ, ਰੇਤ ਨਾਲ ਕੰਧ ਬਣਾ ਸਕਦੇ ਹੋ? ਟਿਕੇਗੀ? ਆ ਮੈਂ ਕੰਧ ਬਣਾ ਲਈ ਜੀ। ਗੁਰੂ ਜੀ ਕਹਿੰਦੇ ਰੇਤ ਦੀ ਕੰਧ ਵਾਂਗ ਹੈ, ਲਾਈਕ ਅ ਵਾਲ ਆਫ ਸੈਂਡ। ਇਟ ਕੈਨ ਨਾਟ ਸਟੈਂਡ ਫॉर एवर। ਉਹ ਬੜੀ ਜੇ ਖੜੀ ਹੋ ਵੀ ਗਈ, ਇਫ ਯੂ ਮੇਡ ਇਟ ਸਟੈਂਡ ਫॉर ਅ ਮੋਮੈਂਟ, ਦ ਨੈਕਸਟ ਮੋਮੈਂਟ ਇਟ ਵਿਲ ਗੋ ਡਾਊਨ, ਉਹ ਥੱਲੇ ਡਿੱਗ ਜਾਏਗੀ। ਇਹ ਸਾਰਾ ਮਟੀਰੀਅਲ ਕੰਫਰਟ, ਮਟੀਰੀਅਲ ਵਰਲਡ ਅਰਾਊਂਡ ਯੂ ਵਿਚ ਯੂ ਆਰ ਟੇਕਿੰਗ ਪ੍ਰਾਈਡ ਇਨ ਕਿ ਇਹੀ ਮੇਰਾ ਆ, ਜਿਹਨੂੰ ਇੰਨਾ ਅਟੈਚ ਹੋ ਕੇ ਇੰਨਾ ਜ਼ਿਆਦਾ ਉਹ ਪੋਸੈਸਿਵ ਹੋ ਰਿਹਾ ਉਹਦੇ ਬਾਰੇ। ਇਹ ਸਭ ਕੁਝ ਜਿਹੜਾ ਆ ਨਾ, ਇਟਸ ਲਾਈਕ ਦ ਵਾਲ ਆਫ ਸੈਂਡ। ਸਤਿਗੁਰੂ, ਇਟਸ ਲਾਈਕ ਅ ਡ੍ਰੀਮ, ਇਟਸ ਲਾਈਕ ਅ ਵਾਲ ਆਫ ਸੈਂਡ। ਇਹ ਬਹੁਤੀ ਦੇਰ ਰਹਿਣ ਵਾਲਾ ਨਹੀਂ। ਇਸ ਕਰਕੇ ਰਾਮ ਸਿਮਰ, ਜਿਹੜਾ ਤੇਰੇ ਨਾਲ ਹੈ, ਜਦੋਂ ਤੱਕ ਤੂੰ ਜਿਉਂਦਾ ਆ, ਉਹ ਤੇਰੇ ਨਾਲ ਅੰਦਰ ਹੈਗਾ ਆ, ਜਿਹੜਾ ਤੈਨੂੰ ਇਹ ਪਾਵਰ ਦੇ ਰਿਹਾ ਹੈ, ਜਿਹਨੇ ਤੈਨੂੰ ਇਹ ਸ਼ਕਤੀ ਦਿੱਤੀ ਹੈ ਸਾਰੀਆਂ ਚੀਜ਼ਾਂ ਲੈਣ ਦੀ। ਉਹਦਾ ਧੰਨਵਾਦ ਕਰ, ਗ੍ਰੇਟਫੁਲ ਹੋ ਕਿ ਉਹਦੇ ਕਰਕੇ ਹੀ ਇਹ ਸਭ ਕੁਝ ਹੈਗਾ ਆ। ਇਹ ਧੀਆਂ ਪੁੱਤਰ ਉਹਦੇ ਹੀ ਨੇ, ਇਹ ਧਨ ਪਦਾਰਥ ਉਹਦੇ ਕਰਕੇ ਹੀ ਮਿਲਿਆ ਆ। ਤਾਂ ਮੈਂ ਕਹਾਂ ਮੇਰੇ ਐਫਰਟਸ ਨੇ ਮੈਨੂੰ ਮਿਲ ਗਿਆ, ਠੀਕ ਹੈ, ਤੂੰ ਐਫਰਟਸ ਕੀਤੇ, ਪਰ ਕਿਹੜੀ ਬਾਡੀ ਨਾਲ ਕੀਤੇ, ਕਿਹੜੇ ਸਰੀਰ ਨਾਲ ਕੀਤੇ, ਕਿਹੜੇ ਮਾਈਂਡ ਨਾਲ ਕੀਤੇ? ਅਗੇਨ ਬਲੈਸਡ ਵਿਦ ਦ ਉਹ ਬਲੈਸਿੰਗਸ ਹੀ ਮਿਲੀਆਂ ਸੀ ਨਾ। ਤਾਂ ਇਹ ਅਸੀਂ ਨਹੀਂ ਕਹਿ ਸਕਦੇ। ਦੇਖੋ ਜੀ, ਬੰਦੇ ਨੇ ਮਿਹਨਤ ਕੀਤੀ ਆ, ਬੰਦੇ ਨੇ ਜਹਾਜ਼ ਬਣਾਇਆ, ਬੰਦੇ ਨੇ ਫੈਕਟਰੀਆਂ ਬਣਾਈਆਂ। the man has created marvels in the world, but which body he used to do that? All that material which was used to build an aeroplane, all that mind which was used to build an aeroplane, all those the man power ਜਿਹੜੀ use ਹੋਈ ਹੈ, ਉਹ ਕਿੱਥੋਂ ਆਈ ਹੈ? ਰਿਮੈਂਬਰ, ਧੰਨਵਾਦੀ ਹੋ, ਸ਼ੁਕਰਾਨਾ ਕਰ ਉਸ ਪ੍ਰਮਾਤਮਾ ਦਾ। ਨਾਨਕ ਜਨ ਕਹਿਤ ਬਾਤ, ਬਿਨ ਸਜਾਏ ਹੈ ਤੇਰੋ ਗਾਤ। ਗੁਰੂ ਨਾਨਕ ਦੀ 9ਵੀਂ ਜੁੱਧ, 9th ਨਾਨਕ, ਗੁਰੂ ਤੇਗ ਬਹਾਦਰ ਜੀ ਸੇਜ਼, ਮੈਂ ਤੈਨੂੰ ਸਮਝਾ ਰਿਹਾ ਮੇਰੇ ਮਨਾ, ਯਾਦ ਰੱਖ, ਬਿਨ ਸਜਾਏ ਹੈ ਤੇਰੋ ਗਾਤ। ਤੇਰਾ ਇਹ ਸਰੀਰ ਖਤਮ ਹੋ ਜਾਣਾ ਆ, ਜਿਹਦੀ ਤੂੰ ਇੰਨੀ ਪ੍ਰਾਈਡ, ਜਿਹਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਦੀ ਇੰਨੀ ਪ੍ਰਾਈਡ ਲੈ ਰਿਹਾ। ਇਹ ਸਰੀਰ ਵੀ ਮੁੱਕ ਜਾਣਾ। ਆਲ ਦੈਟ ਆਊਟਰ ਵਰਲਡ ਇਜ਼ ਬਾਉਂਡ ਟੂ ਉਹਨੇ ਤੇ ਮੁੱਕਣਾ ਹੀ ਆ, ਇਹਨੇ ਵੀ ਮੁੱਕ ਜਾਣਾ। ਇਹ ਸਰੀਰ ਵੀ ਸਦਾ ਨਹੀਂ ਰਹਿਣਾ, ਤੇ ਇਹਦਾ ਕੋਈ ਪਤਾ ਨਹੀਂ ਹੈ ਕਿਹੜੇ ਮੂਮੈਂਟ ਇਹਨੇ ਚਲਾ ਜਾਣਾ। ਸੋ ਇੰਨੀ ਟੈਨਸ਼ਨਸ, ਇੰਨੀ ਵਰੀਜ਼, ਇੰਨੀ ਫਾਲਸ ਪ੍ਰਾਈਡ, ਈਗੋ ਇਹਦੇ ਵਿੱਚ ਜੀ ਕੇ ਇੰਨੀ ਆਕੜ ਲੈ ਕੇ ਕੀ ਕਰੇਗਾ? ਛਿਨ ਕਰ ਗਇਓ ਕਾਲ। ਮੋਮੈਂਟ ਐਂਡ ਮੋਮੈਂਟ ਬਾय ਸੈਕਿੰਡਸ ਐਂਡ ਸੈਕਿੰਡਸ। ਪਿਛਲਾ ਦਿਨ ਵੀ ਚਲਾ ਗਿਆ, ਕੱਲ ਸਮਾਂ ਪਿਛਲਾ ਵੀ ਨਿਕਲ ਗਿਆ, ਕੱਲ ਵੀ ਨਿਕਲ ਗਿਆ। ਤੈ ਸੋ ਜਾਤ ਆਜ ਹੈ, ਅੱਜ ਵੀ ਇਸੇ ਤਰ੍ਹਾਂ ਹੀ ਨਿਕਲ ਜਾਣਾ। time is passing by like sand in your hand। ਹੱਥ ਵਿੱਚ ਉਹ ਮੁੱਠੀ ਦੇ ਵਿੱਚ ਰੇਤ ਫੜੀ ਹੋਵੇ, ਨਿਕਲਦੀ ਜਾਂਦੀ ਹੈ ਨਾ। ਸਮਾਂ ਨਿਕਲਦਾ ਜਾਂਦਾ ਆ, ਸਰੀਰ ਮੁੱਕ ਜਾਂਦਾ ਆ, ਇਹ ਸਭ ਕੁਝ ਬਾਹਰ ਵਾਲਾ ਮੁੱਕ ਜਾਂਦਾ। ਇਸੇ ਕਰਕੇ ਇਹਨੂੰ ਕੂੜ ਕਹਿ ਰਹੇ ਨੇ। ਸੱਚ ਕੀ ਹੈ? ਇਹ ਮੂਮੈਂਟ ਦੇ ਵਿੱਚ ਉਸ ਵਾਹਿਗੁਰੂ ਵੱਲ ਚੇਤੇ ਕਰਨਾ, ਉਹਨੂੰ ਚੇਤੇ ਰੱਖ ਕੇ, ਉਹਨੂੰ ਧਿਆਨ ਵਿੱਚ ਰੱਖ ਕੇ ਆਪਣੇ ਜੀਵਨ ਨੂੰ ਜਿਉਣਾ। ਉਸ ਆਕੜ ਤੋਂ, ਉਸ ਈਗੋ ਤੋਂ, ਉਸ ਫਾਲਸ ਪ੍ਰਾਈਡ ਤੋਂ ਵਾਪਸ ਮੁੜੀਏ। ਨਫ਼ਰਤ, हेटरेड, जेलसी, एनवी, ग्रीड, एंगर, ਇਹ ਸਭ ਕੁਝ ਮੁੱਕਦਾ ਜਾਏਗਾ ਜਦੋਂ ਅਸੀਂ ਫੋਕਸ ਕਰ ਲਵਾਂਗੇ ਕਿ ਰੋਮ ਰੋਮ ਵਿੱਚ ਰਾਮ ਰਮਿਆ ਹੋਇਆ ਆ। ਉਹ ਵਾਹਿਗੁਰੂ, ਉਹ ਪ੍ਰਮਾਤਮਾ, ਉਹ ਖੁਦਾ, ਉਹ ਅੱਲਾ, ਉਹ ਲਾਰਡ, ਉਹਨੂੰ ਜੋ ਮਰਜੀ ਮੈਂ ਕਹਾਂ, ਉਹ ਸਾਰਿਆਂ 'ਚ ਹੈ, ਸਾਰਿਆਂ 'ਚ। ਅਸੀਂ ਉਹਦੇ ਵਿੱਚ ਹੀ ਹਾਂ। ਕੋਈ ਐਸੀ ਥਾਂ ਹੀ ਨਹੀਂ ਹੈ ਜਿਹੜੀ ਉਸ ਤੋਂ ਬਿਨਾਂ ਹੈ। ਅਖੀਰ ਵਿੱਚ ਇੱਕ ਬੜੀ ਸੋਹਣੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ ਲੈ ਕੇ ਖਿਮਾ ਦਾ ਜਾ ਸਕਿਆ। ਕਿਸੇ ਨੇ ਪੁੱਛਿਆ ਹੋਣਾ ਨਾ ਗੁਰੂ ਨੂੰ, ਰੱਬ ਹੈਗਾ ਆ? ਡਸ ਗੋਡ ਐਗਜ਼ਿਸਟ? ਸੱਚੀ ਐਗਜ਼ਿਸਟ ਕਰਦਾ ਆ? ਤੇ ਬੜੀ ਸੋਹਣੀ ਗੱਲ ਉੱਥੇ ਸ਼ਬਦ ਹੈਗਾ ਗੁਰੂ ਗ੍ਰੰਥ ਸਾਹਿਬ 'ਚ, ਹੈ ਤੋ ਸਹੀ, ਇਟ ਐਗਜ਼ਿਸਟਸ।
लखै जो कोई। यू नीड टू अंडरस्टैंड, यू नीड टू अंडरस्टैंड व्हाट इज गॉड। जे पता होएगा तो लगेगा, ਤੇ ਜਿਹਨੂੰ ਪਤਾ ਲੱਗ ਜਾਂਦਾ ਫਿਰ ਕੀ ਹੁੰਦਾ ਹੈ ਤਾਂ ਸਹੀ ਲਖੇ ਜੋ ਕੋਈ, ਵਨ ਹੂ ਰੀਅਲਾਈਜ਼ਸ, ਵਨ ਹੂ ਅੰਡਰਸਟੈਂਡਸ, ਫਿਰ ਕੀ ਹੁੰਦਾ ਤਬ ਉਹੀ ਉਹ, ਇਹ ਨਾ ਹੋਈ। ਵਨ ਹੂ ਰੀਅਲਾਈਜ਼ਸ ਗॉड, ਵਨ ਹੂ ਰੀਅਲਾਈਜ਼ਸ ਵਾਹਿਗੁਰੂ, ਵਨ ਹੂ ਰੀਅਲਾਈਜ਼ਸ ਰਾਮ, ਫਿਰ ਉਹ ਜਾਣਦਾ ਹੈ ਕਿ ਤਬ ਉਹੀ ਉਹ, ਫਿਰ ਇੱਕ ਓੰਕਾਰ ਹੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇਹ ਹੋ ਨਾ ਹੋਈ। ਫਿਰ ਇਹ ਨਹੀਂ ਹੁੰਦਾ। ਫਿਰ ਜਦੋਂ ਉਹ ਹੋ ਜਾਂਦਾ ਹੈ ਫਿਰ ਪਤਾ ਹੈ ਕਿ ਮੈਂ ਵੱਖਰਾ ਨਹੀਂ ਹੈ, मैं इसे ਦਾ ਹੀ ਹਿੱਸਾ ਹਾਂ ਥਰੂ ਆਊਟ। ਸਤਿਗੁਰੂ ਕਿਰਪਾ ਕਰੇ, ਗੁਰੂ ਕੇ ਸ਼ਬਦ ਰਾਹੀਂ ਅਸੀਂ ਆਪਣੇ ਜੀਵਨ ਨੂੰ ਸੋਹਣਾ ਬਣਾਈਏ, ਸਵਾਰੀਏ।